ਸੋ ਟਿੱਕਾ ਸੁਬਹਣਾ। ਤੀਜੇ ਪਾਤਸ਼ਾਹ ਧੰਨ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮਹਿਮਾ ਕਥਨ ਕਰਦੇ ਨੇ ਕਿ ਹੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਆਪ ਜੀ ਦੇ ਮੱਥੇ ਤੇ ਵੀ ਸੋ ਟਿੱਕਾ, ਉਹੀ ਟਿੱਕਾ ਗੁਰਤਾ ਗੱਦੀ ਦਾ ਤਿਲਕ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਦੇ ਮੱਥੇ ਉੱਤੇ ਕੇਸਰ ਤੇ ਚੰਦਨ ਨੂੰ ਘਸਾ ਕੇ ਗੁਰਤਾ ਗੱਦੀ ਦੇਣ ਵੇਲੇ ਲਗਾਇਆ ਸੀਗਾ। ਅਤੇ ਸੋ ਬਹਿਣਾ ਉਹੀ ਬੈਠਣ ਵਾਸਤੇ ਤਖਤ ਹੈ ਜਿਹੜਾ ਪਹਿਲੇ ਗੁਰਾਂ ਨੇ ਦੂਸਰੇ ਗੁਰਾਂ ਨੂੰ ਗੁਰਤਾ ਗੱਦੀ ਵਾਲਾ ਦਿੱਤਾ ਸੀਗਾ। ਸੋਈ ਦੀਵਾਨ ਅਤੇ ਉਹੀ ਗੁਰਸਿੱਖਾਂ ਦੀ ਦੀਵਾਨ ਸਭਾ ਹੈ, ਜੋੜ ਮੇਲਾ ਹੈ। ਸੰਗਤ ਦੇ ਵਿੱਚ ਉਹੀ ਗੁਰਸਿੱਖ ਜੁੜ ਰਹੇ ਹਨ। ਇਸੇ ਪ੍ਰਕਾਰ ਸੋ ਟਿੱਕਾ ਸੁਬਹਣਾ। ਉਹੀ ਜਸ ਰੂਪ ਤੁਹਾਡੇ ਮੱਥੇ ਉੱਤੇ ਤਿਲਕ ਹੈ, ਉਹੀ ਅਧਿਸ਼ਠਾਨ ਸਰੂਪ ਦੇ ਵਿੱਚ ਅਸਥਿਤ ਹੋਣ ਰੂਪ ਤਖਤ ਹੈ ਜਾਂ ਪਰਮੇਸ਼ਰ ਵਿੱਚ ਚਿੱਤ ਨੂੰ ਅਸਥਿਤ ਕਰਨ ਰੂਪ ਸਿੰਘਾਸਣ ਹੈ। ਸੋਈ ਦੀਵਾਨ ਅਤੇ ਉਹੀ ਸਾਧ ਸੰਗਤ ਰੂਪ ਦੀਵਾਨ ਸਭਾ ਹੈ ਜਾਂ ਸ਼ੁਭ ਗੁਣ ਦੇਵੀ ਸੰਪਦਾ ਰੂਪ ਗੁਰਾਂ ਦਾ ਦੀਵਾਨ ਹੈ, ਆਸਰਾ ਹੈ। ਪੀਓ ਦਾਦੇ ਜਾਵੇ ਹਾਂ। ਹੇ ਗੁਰੂ ਜੀ, ਪਿਤਾ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ, ਦਾਦੇ ਗੁਰੂ ਸਤਿਗੁਰੂ ਨਾਨਕ ਦੇਵ ਜੀ, ਉਹਨਾਂ ਦੋਹਾਂ ਜੀਵੇ ਹੈ ਜੈਸਾ ਜਿਹੜਾ ਪੁੱਤਰ ਹੈ ਪੋਤਾ ਪਰਵਾਨ, ਜਿਹਨੂੰ ਪੋਤਾ ਚੱਲਿਆ ਕਹਿੰਦੇ ਨੇ, ਉਹ ਪੋਤਰਾ ਤੂੰ ਹੀ ਸ੍ਰੀ ਗੁਰੂ ਅਮਰਦਾਸ ਜੀ ਗੁਰਮਤਿ ਅਨੁਸਾਰ ਪ੍ਰਮਾਣਿਕ ਹੋਇਆ ਹੈ। ਜਨ ਬਾਸਕ ਨੇਤਰ ਘੱਤਿਆ। ਇਹ ਗੁਰੂ ਜੀ, ਜਿਸ ਪਰਮੇਸ਼ਰ ਨੇ ਬਾਸ਼ਕ ਨਾਗ ਦੇ ਨੇਤਰਾ ਪਾਇਆ ਹੈ, ਕਾਰਨ ਇਹ ਤਾਣ ਅਤੇ ਤਾਣ ਬਲ ਰੂਪ ਨਿਹਣੀ ਬਣਾਉਣਾ ਕੀਤੀ ਹੈ। ਜਦੋਂ ਪੁਰਾਤਨ ਸਮੇਂ ਵਿੱਚ ਮਾਈਆਂ ਬੀਬੀਆਂ ਦਹੀਂ ਰੜਕਦੀਆਂ ਸਨ ਤੇ ਜਿਹੜੀ ਕੜਵੰਜੀ ਦੇ ਉੱਪਰ ਸਿੱਧੀ ਤੇ ਉੱਚੀ ਲੱਕੜੀ ਖੜੀ ਹੁੰਦੀ ਹੈ ਉਸ ਨੂੰ ਨੇਹੀ ਕਹਿੰਦੇ ਨੇ, ਅਤੇ ਜੋ ਮਧਾਣੀ ਫੇਰਨ ਵਾਲੀ ਰੱਸੀ ਹੁੰਦੀ ਹੈ ਉਸ ਨੂੰ ਨੇਤਰਾ ਕਹਿੰਦੇ ਨੇ। ਅੱਜ ਕੱਲ੍ਹ ਤਾਂ ਬਿਜਲੀ ਦੀਆਂ ਮਧਾਣੀਆਂ ਆ ਗਈਆਂ, ਸੋ ਕਰ ਨੇਹੀ ਤਾਣ ਅਤੇ ਬਲ ਰੂਪ ਨਿਹਣੀ ਬਣਾਉਣਾ ਕੀਤੀ ਹੈ। ਬਾਸ਼ਕ ਨਾਗ ਦਾ ਨੇਤਰਾ ਪਾਇਆ ਤੇ ਬਲ ਰੂਪ ਨਿਹਣੀ ਬਣਾਉਣਾ ਕੀਤੀ ਹੈ, ਜਾਂ ਆਪਣਾ ਬਲ ਲਾ ਕਰਕੇ ਪ੍ਰੀਤ ਰੂਪ ਰੱਸੀ ਨਾਲ ਬੰਨਣਾ ਕੀਤਾ ਹੈ। ਜਨ ਸਮੁੰਦ ਵਿਰੋਲਿਆ। ਸੋ ਜਿਸ ਨੇ ਸਮੁੰਦਰ ਨੂੰ ਵਿਰੋਲਿਆ, ਕਈਏ ਰਿੜਕਿਆ ਹੈ। ਕਰ ਮੇਰ ਮਧਾਨ। ਸੋ ਮੇਰ ਪਰਬਤ ਦੀ ਮਧਾਣੀ ਬਣਾ ਕਰਕੇ ਜਿਸ ਵਾਹਿਗੁਰੂ ਨੇ ਸਮੁੰਦਰ ਨੂੰ ਰਿੜਕਿਆ ਹੈ ਅਤੇ 14 ਰਤਨ ਕਾਲਿਆਨ। 14 ਬਾਹਰੀ ਰਤਨਾਂ ਨੂੰ ਸਮੁੰਦਰ ਦੇ ਵਿੱਚੋਂ ਕੱਢਣਾ ਕੀਤਾ ਹੈ। ਸ੍ਰੀ ਮਨ ਰੰਭਾ ਬਾਰਨੀ, ਤਨਕ ਤਨੰਤਰ ਬਾਜ, ਕਾਮ ਧੀਨ ਮਿਖ ਸਸ ਕਲਪਤਰ, ਸੰਖ ਅਮੀ ਗਜਰਾਜ। ਇਹ 14 ਰਤਨ ਪਰਤਾ ਕੱਢੇ ਹਨ। ਕੀ ਤੋਨ ਚਾਨਾਨ। ਫਿਰ 14 ਰਤਨਾਂ ਦਾ ਦੁਨੀਆ ਦੇ ਅੰਦਰ
ਪ੍ਰਕਾਸ਼ ਕੀਤਾ ਹੈ, ਚਾਨਣਾ ਕੀਤਾ ਹੈ ਉਸ ਪਰਮੇਸ਼ਰ ਦਾ ਹੀ ਆਪ ਜੀ ਇਹ ਸ੍ਰੀ ਗੁਰੂ ਅਮਰਦਾਸ ਜੀ ਪ੍ਰਤੱਖ ਸਰਗੁਣ ਸਰੂਪ ਹੋ ਜੀ। ਇਸੇ ਪ੍ਰਕਾਰ ਜਿਨ ਬਾਸਕ ਨੇਤਰੈ ਕੱਤਿਆ, ਜਿਸ ਗੁਰਾਂ ਨੇ ਪ੍ਰੇਮ ਜਾਂ ਵਿਵੇਕ ਰੂਪ ਬਾਸ਼ਕ ਨਾਗ ਦਾ ਨੇਤਰਾ ਭਾਵ ਰਸਾ ਪਾਉਣਾ ਕੀਤਾ ਹੈ, ਕਰਨ ਇਹੀ ਤਾਣ ਅਤੇ ਆਪਣੇ ਬਲ ਦੀ ਸਮਰੱਥਾ ਦੀ ਨੇਹ ਬਣਾਉਣਾ ਕੀਤੀ ਹੈ। ਜਿਨ ਸਮੁੰਦ ਵਿਰੁਲਿਆ, ਨਿਸ਼ਚੇ ਰੂਪ ਕਰ ਮੇਰ ਮਧਾਨ, ਸਮੀਰ ਪਰਬਤ ਦੀ ਮਧਾਣੀ ਬਣਾ ਕਰਕੇ ਜਿਸ ਨੇ ਸੰਸਾਰ ਰੂਪ ਵੇਦ ਰੂਪ ਸਮੁੰਦਰ ਨੂੰ ਰਿੜਕਿਆ ਹੈ। 14 ਰਤਨਨ ਕਲਿਆਨ, ਫਿਰ 14 ਅੰਤਰੀਵ ਰਤਨਾਂ ਨੂੰ ਸੰਸਾਰ ਰੂਪ ਵੇਦ ਰੂਪ ਸਮੁੰਦਰ ਦੇ ਵਿੱਚੋਂ ਕੱਢਣਾ ਕੀਤਾ ਹੈ। ਤੋਨ ਜਾਣਨ, ਅਤੇ ਫਿਰ 14 ਅੰਤਰੀਵ ਰਤਨਾਂ ਦਾ ਦੁਨੀਆ ਦੇ ਅੰਦਰ ਗਿਆਨ ਰੂਪ ਪ੍ਰਕਾਸ਼ ਕੀਤਾ ਹੈ। ਘੋੜਾ ਕੀਤੋ ਸਜਦਾ, ਹੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਆਪ ਜੀ ਨੇ ਬ੍ਰਹਮ ਸਹਿਜ ਗਿਆਨ ਦਾ, ਬ੍ਰਹਮ ਗਿਆਨ ਦਾ ਉੱਚ ਸਰਵਾ ਘੋੜਾ ਬਣਾਉਣਾ ਕੀਤਾ ਹੈ। ਜਾਤਾ ਕੀਓ ਪਲਾਣ, ਅਤੇ ਜਾਤਿੰਦਰੀਆਂ ਦਾ ਦਮਨ ਕਰਨ ਰੂਪ ਪਲਾਣ ਕਾਠੀ ਪਾਉਣਾ ਕੀਤੀ ਹੈ। ਕਣਖ ਚੜਾਇਓ ਸਤ ਦਾ, ਅਤੇ ਸੱਚ ਬੋਲਣ ਦਾ ਜਾਂ ਸੱਚਾ ਉਪਦੇਸ਼ ਦੇਣ ਦਾ ਧਨੁਖ ਕਮਾਨ ਚੜਾਉਣਾ ਕੀਤਾ ਹੈ। ਜਸ ਹੰਦਾ ਬਾਣ, ਅਤੇ ਵਾਹਿਗੁਰੂ ਦੇ ਜਸ ਕੀਰਤ ਹੰਦਾ ਦਾ ਬਾਣ ਤੀਰ ਖਿੱਚਿਆ ਹੋਇਆ ਹੈ। ਕਾਲ ਵਿੱਚ ਧੂ ਅੰਧਾਰ ਸਾ, ਕਲਯੁਗ ਦੇ ਵਿੱਚ ਬਹੁਤ ਧੂਆਂ ਧਾਰ ਅਗਿਆਨ ਦਾ ਹਨੇਰਾ ਸੀਗਾ, ਜਾਂ ਅਵਰਨ ਰੂਪ ਧੂਏ ਦੇ ਕਾਰਨ ਅਗਿਆਨ ਦਾ ਹਨੇਰਾ ਸੀ। ਚੜਿਆ ਰਹਿ ਭਾਣ, ਕਲਯੁਗ ਦੇ ਵਿੱਚ ਗਿਆਨ ਦਾ ਵਿਚਾਰ ਰੂਪ ਕਰਨ ਵਾਲਾ ਆਪ ਜੀ ਦਾ ਸਰੂਪ ਹੀ ਗੁਰੂ ਰੂਪ ਸੂਰਜ ਹੋ ਕੇ ਚੜਿਆ ਹੈ। ਸਤਹੁ ਖੇਤ ਜਮਾਇਓ, ਜਿਸ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇੱਕ ਜ਼ਿਮੀਂਦਾਰ ਦਾ ਖੇਤ ਗਾਵਾਂ ਮੱਝਾਂ ਦਾ ਚਰਾਨ ਕੀਤਾ ਹੋਇਆ, ਆਪਣੀ ਸਤਿਆ ਦੇ ਨਾਲ ਉਸ ਖੇਤ ਨੂੰ ਜਮਾ ਦਿੱਤਾ ਸੀ। ਸਤਹੁ ਸ਼ਾਵਾਨ, ਅਤੇ ਜਿਸ ਗੁਰੂ ਨਾਨਕ ਦੇਵ ਜੀ ਦੇ ਸਤ ਪ੍ਰਤਾਪ ਨੂੰ ਜਾਂ ਸਤਿਆ ਨੂੰ ਵੇਖ ਕੇ ਸੱਪ ਨੇ ਛਾਂ ਕੀਤੀ ਸੀ, ਜਾਂ ਸਤਿਗੁਰਾਂ ਦੀ ਸਤਿਆ ਕਰਕੇ ਬ੍ਰਿਕਸ਼ ਦੀ ਛਾਇਆ ਸਤਿਗੁਰਾਂ ਦੇ ਉੱਪਰ ਹੀ ਖੜੀ ਰਹੀ। ਬਾਕੀ ਸਾਰੇ ਬ੍ਰਿਕਸ਼ਾਂ ਦੇ ਪਰਛਾਵੇਂ ਢਲ ਗਏ ਸਨ, ਪਰ ਉਸ ਬ੍ਰਿਕਸ਼ ਦੀ ਛਾਂ ਨਹੀਂ ਢਲੀ ਸੀ ਜਿਸ ਹੇਠ ਸਤਿਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਬਿਰਾਜਮਾਨ ਸਨ। ਉਸੇ ਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਆਪ ਖੁਦ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਹਿਬ ਜੀ ਹੋ। ਇਸੇ ਪ੍ਰਕਾਰ ਸਤਹੁ ਖੇਤ ਜਮਾਇਓ, ਹੇ ਗੁਰੂ ਸਾਹਿਬ ਜੀ, ਆਪ ਜੀ ਨੇ ਸਤ ਦੀ ਪ੍ਰਾਪਤੀ ਵਾਲੇ ਅੰਤਹਿਕਰਨ ਰੂਪੀ ਖੇਤ ਵਿੱਚ ਸਰਵਣ ਦੁਆਰਾ ਸ਼ੁਭ ਗੁਣਾਂ ਦਾ ਬੀਜ ਬੀਜ ਕੇ ਮਨ ਰੂਪ ਜਮਾਉਣਾ ਕੀਤਾ ਹੈ, ਅਤੇ ਨਿਧਿਆਸਨ ਕਰਨ ਰੂਪ ਪਰਪੱਕ ਕੀਤਾ ਹੈ। ਸਤਹੁ ਸ਼ਾਵਾਨ, ਇਸ ਆਪ ਜੀ ਦੀ ਸਤਿਆ ਕਰਕੇ ਸਾਰੀ ਦੁਨੀਆ ਵਿੱਚ ਆਪ ਜੀ ਦਾ ਤੇਜ ਪ੍ਰਤਾਪ ਛਾਇਆ ਫੈਲਿਆ ਹੋਇਆ ਹੈ।
ਜਾਂ ਸੱਚ ਸਰੂਪ ਦੀ ਪ੍ਰਾਪਤੀ ਕਰਾਉਣ ਵਾਲਾ ਗਿਆਨ ਰੂਪ ਚੰਦੂਆ ਤਾਣਿਆ ਹੋਇਆ ਹੈ। ਨਿਤ ਰਸੋਈ ਤੇਰੀ ਐ। ਇਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੇਰੀ ਹੈ ਆਪ ਜੀ ਦੀ ਲੰਗਰ ਰੂਪ ਰਸੋਈ ਦੇ ਵਿੱਚ ਘਿਓ ਮੈਦਾ ਖਾਣ ਨਿਤਾ ਪ੍ਰਤੀ ਦੇਸੀ ਘਿਓ ਮੈਦਾ ਬਰੀਕ ਆਟਾ ਤੇ ਖਾਣ ਖੰਡ ਆਦਿਕ ਸ੍ਰੇਸ਼ਟ ਪਦਾਰਥਾਂ ਦੁਆਰਾ ਤੇ ਹਵਲ ਕੜਾ ਪ੍ਰਸ਼ਾਦ ਤਿਆਰ ਹੋ ਕੇ ਵਰਤਦਾ ਹੈ। ਦੇਸੀ ਘਿਓ 3 ਮੇਲ ਦਾ। ਆ ਜਿਹੜੇ ਰਿਫਾਈਨਡ ਫੂਡ ਨੇ ਜਾਂ ਡਾਲਡੇ ਨੇ ਜਿੰਨੇ ਵੀ ਤੇਲ ਤੂਲ ਆਏ ਨੇ ਉਲਟੇ ਸਿੱਧੇ ਇਹ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਆਏ ਨੇ। ਸਾਡੇ ਜਿਹੜੇ ਬਜ਼ੁਰਗ ਹਨ ਪੁਰਾਣੀਆਂ ਮਾਈਆਂ ਬੀਬੀਆਂ ਪੁਰਾਣੇ ਬਜ਼ੁਰਗ ਉਹ ਅੱਜ ਵੀ ਆਪਦੇ ਹੱਥੀਂ ਤਿਆਰ ਕੀਤਾ ਹੋਇਆ ਘਿਓ ਹੀ ਵਰਤਦੇ ਨੇ। ਆ ਜਿਹੜੀ ਸੜੀ ਜਿਹੀ ਚਾਹ ਹੈ ਜਿਹਦੇ ਤੋਂ ਬਗੈਰ ਸਾਡੀ ਪ੍ਰਾਹੁਣਚਾਰੀ ਹੀ ਪੂਰੀ ਨਹੀਂ ਹੁੰਦੀ। ਪਾਣੀ ਭਾਵੇਂ ਕੋਈ ਪੁੱਛੇ ਨਾ ਪੁੱਛੇ ਪਰ ਚਾਹ ਦੇ ਲੰਗਰ ਬੇਅੰਤ ਲੱਗਦੇ ਹਨ। ਇਹ ਵੀ ਗੋਰਿਆਂ ਨੇ ਹੀ ਪ੍ਰਵਿਰਤ ਕੀਤੀ ਸੀ। ਜਿਹੜੇ ਸਾਡੇ ਬਜ਼ੁਰਗ ਸਨ ਪੁਰਾਤਨ ਮਾਈਆਂ ਬੀਬੀਆਂ ਉਹ ਆਪਦੇ ਬੱਚਿਆਂ ਨੂੰ ਚਾਹ ਥੋੜ੍ਹਾ ਦਿੰਦੀਆਂ ਸੀਗੀਆਂ। ਮੈਂ ਸੁਣਦਾ ਰਿਹਾ ਵੀ ਆ ਕਾਲੀ ਜੀ ਚਾਹ ਪੀ ਕੇ ਤੁਹਾਡਾ ਰੰਗ ਵੀ ਕਾਲਾ ਜਿਹਾ ਹੀ ਹੋ ਜਾਣਾ। ਆ ਦੁੱਧ ਪੀਆ ਕਰੋ ਨਿਆਣਿਓ, ਆ ਮੱਖਣ ਖਾਓ ਬੱਚਿਓ, ਇੱਧਰ ਆਓ ਤੁਹਾਨੂੰ ਮੈਂ ਚੂਰੀ ਕੁੱਟ ਕੇ ਦਿਆਂ, ਦੇਸੀ ਘਿਓ ਦੀ ਚੂਰੀ ਖਾਓ, ਮਲਾਈ ਵਾਲਾ ਦੁੱਧ ਪੀਓ। ਮੱਝ ਚੋਂਦਿਆਂ ਹੋਇਆ ਕਹਿਣਾ ਇੱਧਰ ਆਓ ਤੁਹਾਨੂੰ ਚੋਣ ਦੀ ਚਾਜ ਦਸੀਏ, ਨਾਲੇ ਮੂੰਹ ਕਰੋ। ਉਹ ਸਿੱਧੀਆਂ ਧਾਰਾਂ ਮੂੰਹ 'ਚ ਪਾਉਣੀਆਂ। ਆ ਚਾਹ ਤਾਂ ਅੱਜ ਕੱਲ੍ਹ ਹੀ ਪ੍ਰਵਿਰਤ ਹੋਈ ਹੈ। ਇਸ ਵਾਸਤੇ ਪੁਰਾਣਾ ਸਮਾਂ ਸੀਗਾ ਉਹ ਦੇਸੀ ਘਿਓ ਦਾ, ਡਾਲਡੇ ਦਾ ਕਿਸੇ ਨੂੰ ਪਤਾ ਹੀ ਨਹੀਂ ਸੀ ਹੁੰਦਾ। ਰਿਫਾਈਨਡ ਫੂਡ ਗਲਤ ਮਲਤ ਤੇਲ ਜੋ ਬਿਮਾਰੀਆਂ ਦਾ ਘਰ ਬਣੇ ਹੋਏ ਹਨ। ਮੈਂ YouTube ਤੇ ਜਾਂ ਹੋਰਨਾਂ ਪ੍ਰਚਾਰਕਾਂ ਦੇ ਪਾਸੋਂ ਦੇਸੀ ਘਿਓ ਦੀ ਬਹੁਤ ਨਿੰਦਿਆ ਸੁਣਦਾ ਹਾਂ। ਡਾਕਟਰ ਜਿਹਨੂੰ ਮਰਜ਼ੀ ਪੁੱਛ ਕੇ ਵੇਖ ਲਓ, ਆਖੇ ਜੀ ਦੇਸੀ ਘਿਓ ਨਾ ਖਾਓ, ਇਹ ਘਿਓ ਬੜਾ ਮਾੜਾ ਜੀ ਤੁਹਾਡੇ ਵਾਸਤੇ। ਇਹ ਬਿਲਕੁਲ ਕੂੜ ਪ੍ਰਚਾਰ ਹੋ ਰਿਹਾ। ਫਿਰ ਬੰਦਾ ਕੀ ਖਾਏ ਦੱਸੋ? ਸਰੋਂ ਦੇ ਤੇਲ ਨਾਲ ਤਾਂ ਖੁਰਕ ਪੈ ਜਾਂਦੀ ਸਾਨੂੰ। ਸਿਰ ਨੂੰ ਲਾਓ ਤਾਂ, ਚਮੜੀ ਤੇ ਲਾਓ ਤਾਂ, ਅੰਦਰ ਜਾ ਕੇ ਕਿਹੜੀ ਭਲੀ ਗੁਜ਼ਾਰੂਗਾ। ਜੇ ਚ ਪਾ ਦਈਏ ਉਲਟੀ ਆਉਂਦੀ ਹੈ, ਮਨ ਤਾਂ ਨੂੰ ਆਉਂਦਾ, ਉਹ ਥੋੜਾ ਖਾਣ ਨੂੰ ਜੀ ਕਰਦਾ। ਤੇ ਕਹਿੰਦੇ ਜੀ ਘਿਓ ਨਾ ਖਾਓ, ਘਿਓ ਨਾਲ ਕੁਛ ਨਹੀਂ ਹੁੰਦਾ ਹੈ। ਬੰਦਾ ਕੰਮ ਕੁਮ ਕਰੇ, ਜੋ ਵੀ ਆਪਦੀ ਕਿਰਤ ਵਿਰਤ ਹੈ, ਥੋੜਾ ਬਹੁਤਾ ਹਿਲ ਜੁਲ ਰੱਖੇ ਤਾਂ ਚੜ੍ਹਦੀ ਕਲਾ ਰਹਿੰਦੀ ਹੈ। ਘਿਓ ਤੋਂ ਬਗੈਰ ਤਾਂ ਭੂਤ ਰਸੋਈ ਹੁੰਦੀ ਹੈ। ਸੰਤਾਂ ਭਗਤਾਂ ਨੇ ਘਿਓ ਲਾਜ਼ਮੀ ਮੰਗਿਆ, ਦਾਲ ਸੀਧਾ ਮੰਗੋ ਘਿਓ। ਉੱਥੇ ਸਰੋਂ ਦਾ ਤੇਲ ਨਹੀਂ ਲਿਖਿਆ ਹੋਇਆ ਵੀ ਦਾਲ ਸੀਧਾ ਮੰਗੋ ਸਰੋਂ ਦਾ ਤੇਲ। ਇਹ ਡਾਕਟਰ ਤਾਂ ਕਮਲੇ ਹੋਏ ਪਏ ਨੇ, ਉਹ ਮੈਂਟਲ ਹੋਏ ਪਏ ਨੇ। ਆ ਜਿਹੜੀ ਇਮਿਊਨਿਟੀ ਹੈ ਸਾਧ ਸੰਗਤ ਜੀਓ, ਇਹਨਾਂ ਕਾਰਨਾਂ ਕਰਕੇ ਹੀ ਘਟਦੀ ਹੈ। ਵੀ ਖੁਰਾਕ ਸਾਡੀ ਘੱਟ ਹੈ, ਕੰਮ ਕਾਰ ਹੈ ਕੋਈ ਨਹੀਂ, ਸੋ ਉਲਟੇ ਸਿੱਧੇ ਤੇਲ ਪੀਵੀ ਜਾਓ, ਸਟੰਟ ਪਵਾਈ ਜਾਓ, ਹਾਰਟ ਝਾਟੀ ਫੇਲ ਫੂਲ ਹੋ ਜਾਂਦਾ। ਇਸ ਵਾਸਤੇ ਘਿਓ ਖਾਣ ਨਾਲ ਨਾੜੀਆਂ ਬਲੌਕ ਨਹੀਂ ਹੁੰਦੀਆਂ, ਦਿਮਾਗ ਤਰੋ ਤਾਜ਼ਾ ਹੁੰਦਾ ਹੈ। ਉਹਦਾ ਖੁਸ਼ਕੀ ਚੜ੍ਹ ਕੇ ਬੰਦਾ ਉਹੀ ਕਮਲਾ ਹੋ ਜਾਂਦਾ ਘਿਓ ਤੋਂ ਬਗੈਰ। ਸਾਡੀ ਮਾਂ ਮੈਨੂੰ ਅਜੇ ਤੱਕ ਯਾਦ ਹੈ ਵੀ ਉਹਨੇ ਰੋਟੀ ਹੱਥ 'ਚ ਫੜਨੀ, ਸਾਰਿਆਂ ਨੂੰ ਖਵਾ ਕੇ ਤੇ ਦੇਸੀ ਘਿਓ ਨਾਲ ਚੋਪੜ ਕੇ ਰੋਟੀ ਹੱਥ 'ਚ ਫੜ ਕੇ ਕਹਿਣਾ ਵੀ ਰੱਬ ਸੱਚਿਆ ਹੈ ਗੁਰੂ ਨਾਨਕ ਸਾਹਿਬ, ਜਿੰਨਾ ਚਿਰ ਜਿਉਂਦਾ ਰੱਖਣਾ ਚੋਪੜੀ ਰੋਟੀ ਦੇਈ। ਤੇ ਡਾਕਟਰ ਅੱਜ ਕੱਲ੍ਹ ਕਹਿੰਦੇ ਖੁਸ਼ਕ ਖਾਓ। ਦੱਸੋ ਕਿਹੜੇ ਪਾਸੇ ਜਾਈਏ? ਉਹ ਪਹਿਲਾਂ ਘਰ ਦੇ ਕਹਿੰਦੇ ਹੁੰਦੇ ਸੀ ਵੀ ਸੁੱਕੀ ਰੋਟੀ ਨਾ ਖਾਓ, ਸੰਗ ਨੂੰ ਲੱਗ ਜੂਗੀ, ਹਿੱਕ ਤੇ ਬੈਠ ਜੂਗੀ, ਨਾਲ ਪਾਣੀ ਪੀਓ ਕਮਲਿਓ ਨਿਆਣਿਓ।
ਅੱਜ ਕੱਲ੍ਹ ਦੇ ਡਾਕਟਰ ਕਹਿੰਦੇ ਪਾਣੀ ਪੀਓ ਹੀ ਨਾ। ਦੱਸੋ, ਗੁੜਗੁੜੇ ਮਿਰਚਾਂ ਖਾਈ ਜਾਓ, ਨਾ ਘਿਓ ਪਾਓ ਤੇ ਨਾ ਪਾਣੀ ਪੀਓ। ਦੱਸੋ ਸਰੀਰ ਦੀ ਬਰਬਾਦੀ ਨਹੀਂ ਤਾਂ ਹੋਰ ਕੀ ਹੈ। ਲੂਣ ਵੀ ਨਾ ਪਾਓ ਆਖੇ, ਨਾ ਮਿੱਠਾ ਖਾਓ ਨਾ ਲੂਣ ਖਾਓ। ਤਖਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਇੱਕ ਗ੍ਰੰਥੀ ਸਾਹਿਬ ਅਰਦਾਸ ਕਰਦੇ ਕਰਦੇ ਅਰਦਾਸ ਤਾਂ ਪੂਰੀ ਕਰ ਦਿੱਤੀ, ਦੋਹਰਾ ਪੜਨ ਲੱਗਿਆ ਥੱਲੇ ਡਿੱਗ ਪਏ। ਲੋਕਾਂ ਨੇ ਵਾਇਰ ਕਰ ਦਿੱਤਾ ਵੀ ਚੜਾਈ ਕਰ ਗਏ। ਉਹ ਬਾਅਦ ਚ ਉਹਨਾਂ ਮੁੜ ਕੇ ਲਿਖ ਕੇ ਪਾਇਆ ਵੀ ਚੜਾਈ ਨਹੀਂ ਕੀਤੀ, ਬਲੱਡ ਪ੍ਰੈਸ਼ਰ ਡਾਊਨ ਹੋ ਗਿਆ। ਜਿਹਦਾ ਬਲੱਡ ਪ੍ਰੈਸ਼ਰ ਡਾਊਨ ਹੋ ਜਾਏ ਉਹਨੂੰ ਇੱਕ ਪਤਾਸਾ ਖਵਾ ਦਿਓ, ਜਾਂ ਕੜਾਹ ਪ੍ਰਸ਼ਾਦ ਦੀ ਗੱਲ ਆ ਰਹੀ ਹੈ, ਥੋੜਾ ਜਿਹਾ ਕੜਾਹ ਪ੍ਰਸ਼ਾਦ ਖਵਾ ਦਿਓ, ਜਾਂ ਲੂਣ ਘੋਲ ਕੇ ਵਿੱਚ ਨਿੰਬੂ ਪਾ ਕੇ ਮਿੱਠਾ ਪਾ ਕੇ ਪਿਆ ਦਿਓ। ਬੰਦਾ ਮਰਿਆ ਜਿਉਂਦਾ ਉੱਠ ਕੇ ਖੜਾ ਹੋ ਜਾਂਦਾ। ਸੱਟ ਪੇਟ ਲੱਗਣ ਤੋਂ ਬੰਦਾ ਡਿੱਗ ਪਏ, ਗਲੂਕੋਨ-ਡੀ ਵਿੱਚ ਨਿੰਬੂ ਨਿਚੋੜ ਕੇ ਪੀਓ ਤੇ ਚੜ੍ਹਦੀ ਕਲਾ। ਮਿੱਠਾ ਲੂਣ ਇਹ ਤਾਂ ਜ਼ਿੰਦਗੀ ਦੇ ਆਧਾਰ ਨੇ। ਘਿਓ ਹੋ ਗਿਆ, ਮਿੱਠਾ ਹੋ ਗਿਆ, ਲੂਣ ਹੋ ਗਿਆ। ਉਹ ਕਮਲੇ ਡਾਕਟਰ, ਕਮਲੀ ਦੁਨੀਆ ਕਹਿੰਦੇ ਨਾ ਤਾਂ ਪਾਣੀ ਪੀਓ, ਨਾ ਲੂਣ ਖਾਓ ਤੇ ਨਾ ਹੀ ਮਿੱਠਾ ਖਾਓ। ਗੁੜਗੁੜੇ ਮਿਰਚਾਂ ਪਾਈ ਜਾਓ, ਹਿੱਕ ਤੇ ਬਹੀ ਜਾਣ, ਦਿਮਾਗ ਨੂੰ ਖੁਸ਼ਕੀ ਚੜੀ ਜਾਏ, ਇਮਿਊਨਿਟੀ ਫਿਰ ਕਿੱਥੋਂ ਰਹਿਣੀ ਹੈ ਭਾਈ। ਇੱਥੇ ਕੜਾਹ ਪ੍ਰਸ਼ਾਦ ਦੀ ਬਾਤ ਆ ਰਹੀ ਹੈ। ਉੱਠਦਿਆਂ ਸਾਰ ਨਾਲੇ ਤਾਂ ਜਪਜੀ ਸਾਹਿਬ ਦਾ ਪਾਠ ਹੋਵੇ, ਨਾਲੇ ਆਸਾ ਦੀ ਵਾਰ ਦਾ ਕੀਰਤਨ ਹੋਵੇ, ਤੇ ਨਾਲੇ ਗੁਰਬਾਣੀ ਦੀ ਕਥਾ ਹੋਵੇ, ਤੇ ਨਾਲੇ 3 ਮਿਲ ਦਾ ਕੜਾਹ ਪ੍ਰਸ਼ਾਦ। ਇਹ ਗੁਰੂ ਕੀਆਂ ਸੰਗਤਾਂ ਵਾਸਤੇ ਆਉਂਦਿਆਂ ਸਾਰ ਹੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਭੋਗ ਲੱਗ ਜਾਂਦਾ। ਇਸ ਸਥਾਨ ਦੇ ਵੀ ਪ੍ਰੇਮੀ 2 ਵਜੇ ਤਿਆਰ ਕਰ ਦਿੰਦੇ ਨੇ ਤੇ ਰਾਤ ਦੇ 10:30 ਵਜੇ ਤੱਕ ਗੁਰੂ ਪਿਆਰੀਆਂ ਸੰਗਤਾਂ ਲਈ ਵਰਤਦਾ ਹੈ। ਜਿੰਨਾ ਹੀਸੀ ਆਉਂਦਾ ਤਿਲ ਫੁੱਲ ਪ੍ਰਸ਼ਾਦ ਵਾਲੇ ਗੁਰਮੁਖ ਦਿੰਦੇ ਨੇ, ਉਹ ਪ੍ਰਸ਼ਾਦ ਦੇ ਰੂਪ ਦੇ ਵਿੱਚ ਛਕਣ ਤੋਂ ਤਨ ਤੇ ਮਨ ਪ੍ਰਫੁੱਲਤ ਹੁੰਦਾ। ਹੁਣ ਜੇ ਡਾਕਟਰ ਨੂੰ ਪੁੱਛੋਗੇ ਉਹ ਕਹੂਗਾ ਕੜਾਹ ਪ੍ਰਸ਼ਾਦ ਖਾਓ ਹੀ ਨਾ। ਦੱਸੋ ਹੋਰ ਕੀ ਖਾਈਏ। ਸਾਡੇ ਲਈ ਤਾਂ ਹੈ ਹੀ ਕੜਾਹ ਪ੍ਰਸ਼ਾਦ, ਖੀਰ ਤੇ ਕੜਾਹੀ ਗੁਰੂ ਕੇ ਲੰਗਰ 'ਚ ਵਰਤਦਾ ਹੈ। ਇੱਥੇ ਕੁਝ ਹੋਰ ਥੋੜ੍ਹਾ ਵਰਤਣਾ, ਕੋਈ ਫਾਸਟ ਫੂਡ ਜਾਂ ਕੋਈ ਉਲਟੇ ਸਿੱਧੇ ਖਾਣੇ ਜਿਹੜੇ ਰੈਸਟੋਰੈਂਟਾਂ ਦੁਕਾਨਾਂ 'ਤੇ ਚੱਲਦੇ ਨੇ। ਤੇ ਇਸ ਵਾਸਤੇ ਕੜਾਹ ਪ੍ਰਸ਼ਾਦ ਨਹੀਂ ਛਕਣਾ ਤਾਂ ਹੋਰ ਕੀ ਛਕਣਾ ਭਾਈ। ਜੇ ਖੀਰ ਨਹੀਂ ਖਾਣੀ ਤਾਂ ਫਿਰ ਹੋਰ ਕੀ ਖਾਵਾਂਗੇ। ਇਹੀ ਤਾਂ ਖਾਣ ਵਾਲੀਆਂ ਚੀਜ਼ਾਂ ਨੇ, ਇਹਦੇ ਤੋਂ ਡਾਕਟਰ ਮਨਾ ਕਰ ਦਿੰਦੇ ਨੇ। ਉਹ ਫਿਰ ਸਰੀਰ ਦਾ ਬੇੜਾ ਬੈਠ ਜਾਂਦਾ। ਹਰਿਮੰਦਰ ਸਾਹਿਬ ਸੱਚਖੰਡ ਅੰਮ੍ਰਿਤਸਰ ਸਾਹਿਬ ਅੰਮ੍ਰਿਤ ਵੇਲੇ 2 ਵਜੇ ਹੀ ਭੋਗ ਲੱਗ ਜਾਂਦਾ ਅਤੇ ਡੋਨੀਆਂ ਦੇ ਵਿੱਚ ਪਾ ਕੇ ਸੇਵਾਦਾਰਾਂ ਨੂੰ ਖੁੱਲਾ ਪ੍ਰਸ਼ਾਦ ਦਿੱਤਾ ਜਾਂਦਾ। ਜਦ 5 ਪਿਆਰੇ ਅੰਮ੍ਰਿਤ ਛਕਾਉਂਦੇ ਨੇ ਤਾਂ ਥਾਲੀਆਂ 'ਚ ਪਾ ਪੁਰਾਣਾ ਸਮਾਂ ਸੀਗਾ, ਥਾਲੀਆਂ 'ਚ ਪਾ 2-3 ਨੂੰ ਕਹਿਣਾ ਇਕੱਠੇ ਬਹਿ ਕੇ ਛਕੋ ਭਾਈ। ਇਹੀ ਤਾਂ ਚੀਜ਼ ਹੈ ਗੁਰੂ ਘਰ ਦੀ। ਇਹਦੇ ਤੋਂ ਹੀ ਸਾਨੂੰ ਮਨਾ ਕੀਤਾ ਜਾ ਰਿਹਾ। ਜਿਹੜਾ ਪ੍ਰਸ਼ਾਦ ਛਕਦਾ ਅਤੇ ਸ਼ਾਂਦਗੀ ਭੋਜਨ ਗੁਰੂ ਪਿਆਰੀ ਸਾਧ ਸੰਗਤ ਜੀ ਉਹ ਦੇਸੀ ਘਿਓ ਦਾ ਛਕਦਾ ਹੈ, ਮਿਰਚ ਮਸਾਲੇ ਤੋਂ ਰਹਿਤ, ਸਾਧ ਮੁਰਾਦਾ, ਚੜ੍ਹਦੀ ਕਲਾ ਵਾਲਾ। ਤੇ ਬਿਮਾਰੀ ਨੇ ਉਹਨੂੰ ਕੀ ਕਹਿਣਾ, ਇਮਿਊਨਿਟੀ ਵੱਧ ਜਾਂਦੀ ਹੈ। ਚੜ੍ਹਦੀ ਕਲਾ ਵਾਲਾ ਜੀਵਨ, ਸਰੀਰ ਵੀ ਪ੍ਰਫੁੱਲਤ ਤੇ ਮਨ ਵੀ ਪ੍ਰਫੁੱਲਤ। ਇਸ ਲਈ ਦਾਲ ਸੀਧਾ ਮੰਗੋ ਕੀਓ, ਹਮਰਾ ਖੁਸ਼ੀ ਕਰੇ ਨਿਤ ਜੀਓ। ਇਹ ਗੁਰਬਾਣੀ ਵਿੱਚ ਵੀ ਲਿਖਿਆ ਹੋਇਆ ਹੈ। ਬਾਕੀ ਕੜਾਹ ਪ੍ਰਸ਼ਾਦ ਤਾਂ ਹੁੰਦਾ ਹੀ ਹਿੱਸੇ ਆਉਂਦਾ ਹੈ। ਜੋ ਪ੍ਰਸਾਦ ਕੋ ਬਾਂਟ ਹੈ ਮਨ ਮੇ ਧਾਰੇ ਲੋਭ, ਕਿਸੇ ਥੋੜਾ ਕਿਸੇ ਅਗਲਾ ਸਦਾ ਰਹੇ ਤੇ ਸੋਗ। ਇਸ ਲਈ ਗੁਰੂ ਘਰ ਦੇ ਵਿੱਚ ਮਹਾਰਾਜ ਕਥਨ ਕਰਦੇ ਨੇ, ਨਿਤ ਨਿਤ ਰਸੋਈ ਤੇਰੀ ਐ। ਇਹ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਤੇਰੀ ਹੈ। ਆਪ ਜੀ ਦੀ ਲੰਗਰ ਰੂਪ ਰਸੋਈ ਦੇ ਵਿੱਚ ਨਿਤ ਪ੍ਰਤੀ ਦੇਸੀ ਘਿਓ ਅਤੇ ਘਿਓ ਮੈਦਾ ਖਾਣ, ਬਰੀਕ ਆਟਾ ਤੇ ਖਾਣ ਖੰਡ ਆਦਿਕ ਸ੍ਰੇਸ਼ਟ ਪਦਾਰਥਾਂ ਦੁਆਰਾ 3 ਮੇਲ ਦਾ ਬਣਿਆ ਹੋਇਆ ਕੜਾਹ ਪ੍ਰਸ਼ਾਦ ਤਿਆਰ ਹੋ ਕੇ ਵਰਤਦਾ ਹੈ। ਇਸੇ ਪ੍ਰਕਾਰ ਨਿਤ ਰਸੋਈ ਤੇਰੀ ਐ। ਇੱਕ ਤਾਂ ਪ੍ਰਤੱਖ ਸਾਧ ਸੰਗਤ ਜੀ ਰਸੋਈ ਹੈ ਜਿਹਦੇ ਵਿੱਚ ਕੜਾਹ ਪ੍ਰਸ਼ਾਦ ਤਿਆਰ ਹੁੰਦਾ।
ਇੱਕ ਸਤ ਸੰਗਤ ਦੀ ਰਸੋਈ ਹੈ ਜਿੱਥੇ ਆਪ ਬੈਠੇ ਹੋਏ ਹੋ। ਇਹ ਬ੍ਰਹਮ ਵਿਦਿਆ ਰੂਪ ਰਸੋਈ ਦੇ ਵਿੱਚ ਕਿਉ ਮੈਦਾ ਖਾਣ ਪ੍ਰੇਮ ਰੂਪੀ ਘਿਓ ਹੈ ਅਤੇ ਗਿਆਨ ਰੂਪੀ ਮੈਦਾ ਤੇ ਭਗਤੀ ਰੂਪ ਖੰਡ ਦੁਆਰਾ ਤਿਆਰ ਕੀਤਾ ਹੋਇਆ ਸ੍ਰੇਸ਼ਟ ਆਤਮਾਨੰਦ ਬ੍ਰਹਮਾਨੰਦ ਆਪ ਜੀ ਦੇ ਦਰਬਾਰ ਦੇ ਵਿੱਚ ਵਰਤਦਾ ਹੈ। ਇਸ ਸਥਾਨ ਤੇ ਮਹਾਂਪੁਰਖਾਂ ਦੀ ਇੰਨੀ ਬਖਸ਼ਿਸ਼ ਹੈ, ਇੰਨੀ ਕਿਰਪਾ ਹੈ ਕਿ ਉਹਨਾਂ ਨੇ ਸਾਧ ਸੰਗਤ ਨੂੰ ਬੇਨਤੀ ਕੀਤੀ ਹੋਈ ਹੈ ਕਿ ਸ਼ਹੀਦਾਂ ਦੇ ਪਵਿੱਤਰ ਸਥਾਨ ਦੇ ਸੰਗਤਾਂ ਡਾਲਡਾ ਘਿਓ, ਕੋਈ ਰਿਫਾਈਂਡ ਤੇਲ, ਕਿਸੇ ਕਿਸਮ ਦਾ ਹੋਰ ਘਿਓ ਤੇਲ ਪਦਾਰਥ ਲੰਗਰ 'ਚ ਵਰਤਾਉਣ ਲਈ ਨਾ ਲੈ ਕੇ ਆਉਣ, ਕਿਉਂਕਿ ਇਸ ਪਵਿੱਤਰ ਸਥਾਨ ਦੇ ਜੋ ਸ਼ਹੀਦਾਂ ਨੂੰ ਅੰਮ੍ਰਿਤ ਵੇਲੇ ਤੇ ਸ਼ਾਮ ਨੂੰ ਬਣੇ ਹੋਏ ਗੁਰੂ ਕੇ ਲੰਗਰ ਦਾ ਭੋਗ ਲੱਗਦਾ ਹੈ, ਉਹ ਦੇਸੀ ਘਿਓ ਦਾ ਤਿਆਰ ਹੁੰਦਾ ਹੈ। ਜੋ ਮਠਿਆਈਆਂ ਅੱਜ ਵਰਤਦੀਆਂ ਨੇ ਦਸਵੀਂ ਦੇ ਪਵਿੱਤਰ ਦਿਹਾੜੇ ਦੇ ਵਿਸ਼ੇਸ਼ ਕਰਕੇ, ਉਹ ਵੀ ਦੇਸੀ ਘਿਓ ਦੀਆਂ ਹੀ ਤਿਆਰ ਕੀਤੀਆਂ ਜਾਂਦੀਆਂ ਨੇ। ਘਰ ਜਿੰਨਾ ਮਰਜ਼ੀ ਵੱਡਾ ਹੋਏ, ਭਾਵੇਂ ਕੋਈ ਪ੍ਰਧਾਨ ਮੰਤਰੀ ਰਾਸ਼ਟਰਪਤੀ ਵੀ ਬਣ ਜਾਏ, ਪਰ ਜਿੰਨਾ ਲੰਗਰ ਇਹ ਜਿੰਨਾ ਲਹਿਰਾਂ ਬਹਿਰਾਂ ਸ਼ਹੀਦਾਂ ਦੇ ਪਵਿੱਤਰ ਸਥਾਨ ਦੇ ਗੁਰੂ ਕੇ ਲੰਗਰ ਵਿੱਚ ਵਰਤਦੀਆਂ ਨੇ, ਉਹਨਾਂ ਕੋਈ ਰਾਸ਼ਟਰਪਤੀ ਪ੍ਰਧਾਨ ਮੰਤਰੀ ਵੀ ਨਹੀਂ ਵਰਤਾ ਸਕਦਾ। ਕੋਈ ਅਮੀਰ ਬੰਦਾ ਇਹਨਾਂ ਲੰਗਰ ਨਹੀਂ ਵਰਤਾ ਸਕਦਾ ਜਿੰਨੀ ਇੱਥੇ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਹੈ। ਇਸ ਲਈ ਰਸੋਈ ਨਾਮ ਹੈ ਲੰਗਰ ਸਾਹਿਬ ਦਾ। ਤੇਰੇ ਲੰਗਰ ਸਾਹਿਬ ਦੇ ਵਿੱਚ ਨਿਤਾ ਪ੍ਰਤੀ ਆਟੇ ਦੇ ਮੈਦੇ ਦੇ ਪ੍ਰਸ਼ਾਦੇ ਬਣਦੇ ਨੇ, ਜਾਂ ਮੈਦੇ ਤੇ ਘਿਓ ਨੂੰ ਤੇ ਖੰਡ ਨੂੰ ਮਿਲਾ ਕੇ ਲੱਡੂ ਜਲੇਬੀਆਂ ਆਦਿ ਮਠਿਆਈਆਂ ਤਿਆਰ ਕੀਤੀਆਂ ਜਾਂਦੀਆਂ ਜੋ ਸੰਗਤਾਂ ਦੇ ਖਾਣ ਵਾਸਤੇ ਛਕਣ ਵਾਸਤੇ ਸੋ ਆਪਦੇ ਲੰਗਰ ਦੇ ਵਿੱਚ ਤਿਆਰ ਹੁੰਦੀਆਂ ਨੇ। ਹੋਰ ਅਨੇਕਾਂ ਹੀ 36 ਪ੍ਰਕਾਰ ਦੇ ਭੋਜਨ ਪਦਾਰਥ, ਰੋਟੀ ਪਾਣੀ ਸਭ ਕੁਝ ਲੰਗਰ ਦੇ ਵਿੱਚੋਂ ਸੰਗਤਾਂ ਨੂੰ ਪ੍ਰਾਪਤ ਹੁੰਦਾ ਹੈ। ਚਾਰੇ ਕੁੰਡਾ ਸੁਜਿਓ ਸਾ ਇਹ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਮਨ ਮਹਿ ਸ਼ਬਦ ਪਰਵਾਣ ਜਿਸ ਨੇ ਹਿਰਦੇ ਵਿੱਚ ਤੇਰੇ ਉਪਦੇਸ਼ ਨੂੰ ਪ੍ਰਮਾਣਿਕ ਮੰਨਿਆ ਹੈ, ਉਸ ਨੂੰ ਚਾਰੇ ਕੁੰਡਾ ਚਾਰੇ ਤਰਫਾਂ ਵਿੱਚ ਸਾਰਾ ਵਰਤਾਰਾ ਵਰਤਦਾ ਸੁੱਝੀ ਉਸ ਦੇ ਸੌਂਦਾ ਹੈ। ਭਾਵ ਅੰਤਰਜਾਮਤਾ ਜਾਂਦੀ ਹੈ। ਚਾਰੇ ਕੁੰਡਾਂ ਵਿੱਚ ਵਰਤਰੇ ਵਰਤਾਰੇ ਦਾ ਗਿਆਨ ਹੋ ਜਾਂਦਾ ਹੈ, ਜਾਂ ਚਾਰੇ ਕੁੰਡਾਂ ਵਿੱਚ ਆਪ ਜੀ ਦਾ ਸਰੂਪ ਹੀ ਦੇ ਸੌਂਦਾ ਹੈ। ਚਾਰੇ ਕੁੰਡਾਂ ਮਿਥਿਆ ਰੂਪਤਾ ਕਰਕੇ ਸੁਝਾਉਂਦੀਆਂ ਹਨ। ਮਨ ਮਹਿ ਸ਼ਬਦ ਪਰਵਾਣ ਜਿਸ ਦੇ ਮਨ ਹਿਰਦੇ ਵਿੱਚ ਤੇਰੇ ਉਪਦੇਸ਼ ਨੂੰ ਪ੍ਰਮਾਣਿਕ ਜਿਸ ਨੇ ਮੰਨਿਆ, ਉਹਨੂੰ ਚਾਰੇ ਕੁੰਡਾਂ ਦਾ ਗਿਆਨ ਅੰਤਰਜਾਮਤਾ ਹੋ ਆਉਂਦੀ ਹੈ। ਆਵਾ ਕੌਣ ਨਿਵਾਰਿਓ ਆਵਾ ਗੌਣ ਆਉਣਾ ਤੇ ਜਾਣਾ, ਉਹਨਾਂ ਦਾ ਨਿਵਰਤ ਕੀਤਾ ਹੈ। ਕਾਰਨ ਨਦਰ ਨਿਸ਼ਾਨ ਇਹ ਗੁਰੂ ਸਾਹਿਬ ਜੀ ਜਿਸ ਦੇ ਹਿਰਦੇ ਵਿੱਚ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਸੱਚ ਸਰੂਪ ਜਾਂ ਆਪਣਾ ਸਰੂਪ ਨਿਸ਼ਾਨ ਪ੍ਰਗਟ ਕਰ ਦਿੱਤਾ ਹੈ, ਉਸ ਦਾ ਆਉਣਾ ਜਾਣਾ ਜੰਮਣਾ ਮਰਨਾ ਨਿਵਰਤ ਕਰ ਦਿੱਤਾ ਹੈ। ਅਵਤਰਿਆ ਅਵਤਾਰ ਲੈ ਉਹ ਪੁਰਖ ਮਹਾਰਾਜ ਕਥਨ ਕਰਦੇ ਹਨ, ਸੋ ਪੁਰਖ ਸੋ ਜਾਣ ਉਹ ਪੂਰਨ ਸਰਵ ਕਲਾ ਸਮਰੱਥ ਅੰਤਰਜਾਮੀ ਪੁਰਖ ਪਰਮੇਸ਼ਰ ਹੈ। ਆਪ ਹੀ ਦੇ ਰੂਪ ਦੇ ਵਿੱਚ ਹੀ ਅਵਤਾਰ ਲੈ ਕੇ ਸੰਸਾਰ ਦੀ ਕਲਿਆਣ ਲਈ ਉਤਰਿਆ ਹੈ। ਅਵਤਾਰ ਦਾ ਅਰਥ ਹੁੰਦਾ ਉਤਰਨਾ, ਯਾਨੀ ਖੁਦ ਪਰਮੇਸ਼ਰ ਹੈ, ਖੁਦ ਭਗਵਾਨ ਹੈ, ਜੋ ਪੂਰਨ ਹੈ, ਸਰਵ ਕਲਾ ਸਮਰੱਥ ਹੈ, ਅੰਤਰਜਾਮੀ ਪਰਮੇਸ਼ਰ, ਉਹੀ ਆਪ ਦੇ ਰੂਪ ਦੇ ਵਿੱਚ ਸੰਸਾਰ ਦੇ ਵਿੱਚ ਉਤਰਿਆ ਹੋਇਆ ਸੰਸਾਰ ਦੀ ਕਲਿਆਣ ਹੋ ਰਹੀ ਹੈ। ਚਖੜ ਵਾਉ ਨਾ ਡੋਲਾਈ ਲੋਭ ਰੂਪੀ ਝਖੜ
ਅਤੇ ਵਾਸ਼ਨਾ ਨੂੰ ਭਾਵਾ ਵੀ ਆਪ ਜੀ ਨੂੰ ਡੁਲਾ ਨਹੀਂ ਸਕਦੇ। ਪਰਬਤਾਂ ਮੇਰਾਣ ਕਿਉਂਕਿ ਆਪ ਜੀ ਸੁਮੇਰ ਪਰਬਤ ਵਾਂਗ ਅਚਲ ਸਰੂਪ ਹੋ। ਜਾਣ ਬਿਰਥਾ ਜੀ ਕੀ हे ਗੁਰੂ ਜੀ ਨਿਸ਼ਚੈ ਕਰਕੇ ਆਪ ਜੀ ਜਾਣੀ ਹੋ ਜਾਣ ਜਾਣੀ ਜਾਣ ਪੁਰਖ ਹੋ। ਸਤਿਗੁਰ ਜਾਣੀ ਜਾਣ ਪੁਰਖ। ਭਾਈ ਗੁਰਦਾਸ ਸਾਹਿਬ ਜੀ ਨੇ ਲਿਖਿਆ ਸ੍ਰੀ ਗੁਰੂ ਨਾਨਕ ਦੇਵ ਜੀ ਬਾਬਤ ਕਿ ਆਪ ਜਾਣੀ ਜਾਣ ਸਾਰਿਆਂ ਜੀਵਾਂ ਦੇ ਹਿਰਦਿਆਂ ਦੀ ਬਿਰਥਾ ਹਾਲਤ ਨੂੰ ਜਾਣਦੇ ਹੋ ਜੀ। ਕਿਆ ਸਾਲਾਹੀ ਸੱਚੇ ਪਾਤਸ਼ਾਹ ਇਹ ਸੱਚੇ ਪਾਤਸ਼ਾਹ ਅਤੇ ਅਸੀਂ ਤੇਰੀ ਕੀ ਸਿਫਤ ਸਲਾਹ ਕਰੀਏ। ਜਾ ਤੂੰ ਸੁਗੜ ਸੁਜਾਨ ਜਦੋਂ ਤੂੰ ਆਪ ਹੀ ਸੁਗੜ ਸ੍ਰੇਸ਼ਟ ਘਾਟਾਂ ਦੇ ਘੜਨ ਨੂੰ ਤੇ ਸਾਰੇ ਵਿਹਾਰਾਂ ਦੇ ਚਲਾਉਣ ਨੂੰ ਸੁਜਾਨ ਚਤੁਰ ਹੈ। ਦਾਨ ਜੇ ਸਤਿਗੁਰ ਭਾਵਸੇ ਇਹ ਸਤਿਗੁਰੂ ਜੀ ਜਿਹੜਾ ਦਾਨ ਦੇਣਾ ਆਪ ਜੀ ਨੂੰ ਭਾਉਂਦਾ ਹੈ। ਸੋ ਸਤੇ ਦਾਨ ਉਹੀ ਦਾਨ ਮੈਨੂੰ ਸੱਤੇ ਰਬਾਬੀ ਨੂੰ ਬਖਸ਼ ਦਿਓ ਜੀ। ਯਾਨੀ ਨਾਮ ਦਾਨ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਸਿਫਤ ਕਰਨ ਦਾ ਦਾਨ ਦਇਆ ਕਰਹੁ ਦਇਆਲ ਆਪਣੀ ਸਿਫਤ ਦੇਹੋ। ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ। ਨਾਨਕ ਹੰਦਾ ਸ਼ਤਰ ਸੈਰਾ ਇਹ ਸਤਿਗੁਰੂ ਅਮਰਦਾਸ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸੀਸ ਹੰਦਾ ਦਾ ਗੁਰਤਾ ਗਦੀ ਰੂਪ ਛਤਰ। ਉਮਤ ਹੈਰਾਨ ਹੁਣ ਆਪ ਜੀ ਦੇ ਸੀਸ ਉੱਤੇ ਸਜ ਰਿਹਾ ਹੈ। ਇਸ ਨੂੰ ਦੇਖ ਕੇ ਸਾਰੀ ਉਮਤ ਜੋ ਸ੍ਰਿਸ਼ਟੀ ਹੈ ਸਿੱਖੀ ਸੇਵਕੀ ਹੈ ਇਹ ਹੈਰਾਨ ਅਚਰਜ ਹੋ ਰਹੀ ਹੈ ਜੀ। ਸੋ ਟਿੱਕਾ ਸੋ ਬਹਿਣਾ ਇਹ ਸਾਧ ਸੰਗਤ ਜੀਓ ਪੰਕਤੀਆਂ ਪਹਿਲਾਂ ਵੀ ਆਈਆਂ ਨੇ। ਜਿਹੜੀ ਕੱਲ ਪੰਜਵੀਂ ਪੌੜੀ ਸੰਪੂਰਨ ਹੋਈ ਸੀਗੀ ਉਹਦੇ ਵਿੱਚ ਵੀ ਇੱਕ ਪੰਕਤੀ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਦੇ ਵਿੱਚ ਪਹਿਲਾਂ ਵੀ ਆਈ ਸੀ, ਜਿਹਦੇ ਵਿੱਚ ਫੇਰ ਵਸਾਇਆ ਫੇਰ ਆਣ ਸਤਿਗੁਰ ਖਾਡੋਰ ਇਹ ਦਰਜ ਤੇ ਆਖਰੀ ਦੇ ਵੀ ਸਮਾਪਤੀ ਵੀ ਇਸੇ ਪੰਕਤੀ ਤੇ ਕੀਤੀ। ਇਹਨੂੰ ਕਹਿੰਦੇ ਨੇ ਉਪਕਰਮ ਉਪਸੰਹਾਰ ਦੀ ਰੀਤੀ। ਜਿੱਥੋਂ ਗੱਲ ਸ਼ੁਰੂ ਕਰਨੀ ਉੱਥੇ ਹੀ ਮੁਕਾਉਣੀ। ਯਾਨੀ ਇੱਕ ਪ੍ਰਕਰਨ ਦੇ ਵਿੱਚ ਜਿਸ ਤਰ੍ਹਾਂ ਡੱਬੇ 'ਚ ਕੋਈ ਗਹਿਣਾ ਸਾਂਭ ਕੇ ਰੱਖੀਦਾ, ਢੱਕਣ ਦੇ ਤਲਾ ਉਹਦੇ ਵਿਚਕਾਰ ਵਸਤੂ ਹੁੰਦੀ ਹੈ, ਤੋ ਇੰਜ ਉਪਕਰਮ ਤੇ ਉਪਸੰਹਾਰ ਜੋ ਉੱਪਰ ਕਹਿਣਾ ਉਹੀ ਐਂਡ ਤੇ ਸਮਾਪਤੀ ਵਕਤ ਕਹਿਣਾ, ਤਾਂ ਕਿ ਸੰਗਤਾਂ ਭੁੱਲ ਨਾ ਜਾਣ ਤੇ ਉੱਥੇ ਹੀ ਉਸੇ ਪ੍ਰਕਰਨ 'ਚ ਬਿਰਤੀ ਰਹੇ। ਸੋ ਆਪਾਂ ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਮਹਿਮਾ ਕਰ ਰਹੇ ਹਾਂ। ਇੱਥੋਂ ਹੀ ਗੱਲ ਸ਼ੁਰੂ ਹੋਈ ਸੀਗੀ ਕਿ ਸੋ ਟਿੱਕਾ ਸੋ ਗਹਿਣਾ। ਇਹ ਸਤਿਗੁਰੂ ਜੀ ਆਪ ਜੀ ਦੇ ਮੱਥੇ ਉੱਤੇ ਵੀ ਉਹੀ ਟਿੱਕਾ ਤਿਲਕ ਹੈ ਜੋ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੱਥੇ ਉੱਤੇ ਕੇਸਰ ਅਤੇ ਚੰਦਨ ਨੂੰ ਘਸਾ ਕੇ ਗੁਰਤਾ ਗੱਦੀ ਦੇਣ ਵੇਲੇ ਲਗਾਇਆ ਸੀ। ਤੇ ਸੋ ਬਹਿਣਾ ਅਤੇ ਉਹੀ ਬੈਠਣ ਵਾਸਤੇ ਸਿੰਘਾਸਣ ਹੈ ਜਿਹੜਾ ਪਹਿਲੇ ਗੁਰਾਂ ਨੇ ਦੂਸਰੇ ਗੁਰਾਂ ਨੂੰ ਗੁਰਤਾ ਗੱਦੀ ਵਾਲਾ ਦਿੱਤਾ ਸੀ। ਹੇ ਸ੍ਰੀ ਗੁਰੂ ਅਮਰਦਾਸ ਜੀ ਸੋਈ ਦੀਵਾਨ ਅਤੇ ਉਹੀ ਬਾਬਾ ਬੁੱਢਾ ਸਾਹਿਬ ਜੀ, ਭਾਈ ਗੁਰਦਾਸ ਸਾਹਿਬ ਜੀ, ਸੋ ਇਹ ਭਾਈ ਪਾਰੋ ਜੀ ਤੇ ਇਤਿਆਦਿਕ ਜੋ ਗੁਰਸਿੱਖ ਹਨ, ਉਹਨਾਂ ਗੁਰਸਿੱਖਾਂ ਦੀ ਬ੍ਰਹਮ ਗਿਆਨੀਆਂ ਦੀ ਸਭਾ ਹੈ। ਸ੍ਰੀ ਗੁਰੂ ਅਮਰਦਾਸ ਮਹਾਰਾਜ ਦੀ ਸਭਾ ਦੇ ਵਿੱਚ 22 ਬ੍ਰਹਮ ਗਿਆਨੀ ਬਿਰਾਜਮਾਨ ਹੋਇਆ ਕਰਦੇ ਤੇ 72 ਬ੍ਰਹਮ ਗਿਆਨਣ ਮਾਈਆਂ ਗੁਰੂ ਘਰ ਦੇ ਵਿੱਚ ਬਰਾਬਰ ਦਾ ਸਤਿਕਾਰ ਦਿੱਤਾ ਜਾਂਦਾ।
ਸੋ ਕਿਉ ਮੰਦਾ ਕੀ ਹੈ ਜਿਤ ਜੰਮੇ ਰਾਜਾਨ। 72 ਪੀੜੇ ਮਾਈਆਂ ਨੂੰ ਦਿੱਤੇ, 22 ਮੰਜੀਆਂ ਸਿੱਖਾਂ ਨੂੰ ਦਿੱਤੀਆਂ। ਇਹਨਾਂ ਸਾਰੀਆਂ ਦੀਆਂ ਫੋਟੋਆਂ ਗੁਰਦੁਆਰਾ ਸ੍ਰੀ ਚੁਬਾਰਾ ਸਾਹਿਬ ਕੰਧ ਦੇ ਉੱਪਰ ਉਕਰੀਆਂ ਹੋਈਆਂ ਹਨ। ਇਸੇ ਪ੍ਰਕਾਰ ਸੋ ਟਿੱਕਾ ਸੋ ਬਹਿਣਾ। ਉਹੀ ਜਸ ਰੂਪ ਤੁਹਾਡੇ ਮੱਥੇ ਉੱਤੇ ਤਿਲਕ ਹੈ, ਉਹੀ ਅਦਿਸ਼ਦਾਨ ਸਰੂਪ ਦੇ ਵਿੱਚ ਅਸਥਿਤ ਹੋਣ ਰੂਪ ਸਿੰਘਾਸਣ ਹੈ। ਸੋਈ ਦੀਵਾਨ ਆਰੋਹੀ ਸਾਧ ਸੰਗਤ ਰੂਪ ਸਭਾ ਹੈ। ਦੀਵਾਨ ਕਚਹਿਰੀ ਹੈ, ਜਿਵੇਂ ਰਾਜਿਆਂ ਦੀ ਹਜ਼ੂਰੀ ਵਿੱਚ ਲੱਗਿਆ ਕਰਦੀ। ਵਜ਼ੀਰ ਆਦਿਕ ਬੈਠਦੇ, ਮੋਹਤਬਾਰ ਬੈਠਦੇ, ਇੰਜ ਸੋ ਇਹ ਸੰਗਤ ਦੀ ਸਭਾ ਲੱਗੀ ਹੋਈ ਹੈ। ਜਾਂ ਸਾਰੇ ਸੰਸਾਰ ਦਾ ਦੀਵਾਨ ਆਸਰਾ ਰੂਪ ਖੁਦ ਤੁਸੀਂ ਆਪ ਹੋ ਜੀ। ਪੀਉ ਦਾਦੇ ਜਾਵੇ ਹਾਂ। ਇਹ ਗੁਰੂ ਜੀ, ਪਿਓ ਪਿਤਾ ਸ੍ਰੀ ਗੁਰੂ ਅੰਗਦ ਦੇਵ ਜੀ, ਦਾਦੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ, ਉਹਨਾਂ ਦੋਹਾਂ ਜੈਸੇ ਹੀ ਪੁੱਤਰਾ ਪਰਵਾਨ। ਆ ਜਿਹੜੀਆਂ ਦੋ ਪੰਕਤੀਆਂ ਨੇ ਇਹ ਆਰੰਭ ਤੇ ਵੀ ਆਈਆਂ ਨੇ, 6ਵੀਂ ਪੌੜੀ ਦੇ ਆਰੰਭ ਤੇ ਵੀ ਪੰਕਤੀਆਂ ਨੇ, ਆਖਰ ਤੇ ਵੀ ਨੇ। ਆਰੰਭ ਵਾਲੀ ਪੰਕਤੀਆਂ ਦੇ ਵਿੱਚ ਉੱਥੇ ਪੋਤਾ ਪ੍ਰਮਾਣ ਹੈ, ਪੋਤਾ। ਇੱਥੇ ਪੋਤਰਾ ਰਾਰਾ ਨਾਲ ਹੈ। ਸੋ ਪਹਿਲੇ ਗੁਰੂ ਸਾਹਿਬਾਂ ਵਰਗੇ ਜੈਸੇ ਹੀ ਪੋਤਰਾ ਗੁਰੂ ਸਰੂਪ ਦੇ ਵਿੱਚ ਹੀ ਸ੍ਰੀ ਗੁਰੂ ਅਮਰਦਾਸ ਜੀ ਤੁਸੀਂ ਆਪ ਪ੍ਰਵਾਨਿਕ ਹੋਏ ਹੋ, ਵਿਰਾਜਮਾਨ ਹੋਏ ਹੋ। ਸੋ ਪੋਤੇ ਚੇਲੇ ਪ੍ਰਮਾਣ ਹੋ। ਧੰਨ ਧੰਨ ਰਾਮਦਾਸ ਗੋਰਾ। ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਦੀ ਮਹਿਮਾ ਕਥਨ ਕਰਦਿਆਂ ਰਾਏ ਬਲਵੰਡ ਦੇ ਸੱਤਾ ਜੀ ਫਰਮਾਉਂਦੇ ਨੇ, ਇਹ ਸਤਿਗੁਰੂ ਰਾਮਦਾਸ ਸਾਹਿਬ ਜੀ ਤੁਸੀਂ ਧੰਨਤਾ ਦੇ ਯੋਗ ਹੋ। ਜਿਨ ਸਿਰਿਆ ਤਿਨ ਸਵਾਰਿਆ। ਜਿਸ ਪਰਮੇਸ਼ਰ ਨੇ ਸੰਸਾਰ ਨੂੰ ਸਿਰਜਿਆ ਉਸੇ ਨੇ ਹੀ ਆਪ ਗੁਰੂ ਰਾਮਦਾਸ ਰੂਪ ਸਮਾਰਨਾ ਕੀਤਾ ਹੈ, ਜਾਂ ਉਸੇ ਨੇ ਹੀ ਗੁਰੂ ਰਾਮਦਾਸ ਰੂਪ ਹੋ ਕੇ ਜਗਿਆਸੂ ਦੇ ਤਾਈ ਬ੍ਰਹਮ ਗਿਆਨ ਦੇ ਕੇ ਸ਼ੁਭ ਗੁਣਾਂ ਨਾਲ ਸਮਾਰਨਾ ਕੀਤਾ ਹੈ। ਪੂਰੀ ਹੋਈ ਕਰਾਮਾਤ। ਇਹ ਪੂਰਨ ਸ਼ਕਤੀ ਹੋਈ ਹੈ ਕਿ ਆਪ ਸਿਰਜਨਹਾਰ ਧਾਰਿਆ। ਆਪ ਰਚਨਹਾਰ ਪਰਮੇਸ਼ਰ ਨੇ ਗੁਰੂ ਰੂਪ ਦੇ ਵਿੱਚ ਆਪਣਾ ਸਰੂਪ ਧਾਰਿਆ ਹੈ। ਸਿੱਖੀ ਆਤੈ ਸੰਗਤੀ। ਹਾਂ, ਬਿੰਦੀਆਂ ਲਾ ਕੇ ਇਹਨਾਂ ਨੂੰ ਬਹੁਵਚਨ ਬਣਾਉਣ ਲਈ ਬਿੰਦੀਆਂ ਸਹਿਤ ਬੋਲਣਾ। ਸਿੱਖੀ ਦਾ ਭਾਵ ਹੈ ਸਿੱਖਾਂ, ਬਹੁਤੇ ਸਿੱਖਾਂ ਤੋਂ। ਸੰਗਤੀ ਦਾ ਭਾਵ ਹੈ ਬਹੁਤੀਆਂ ਸੰਗਤਾਂ ਤੋਂ। ਸਾਰੇ ਸਿੱਖਾਂ ਤੇ ਸੰਗਤਾਂ ਨੇ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਪਾਰ ਬ੍ਰਹਮ ਕਰ ਨਮਸਕਾਰਿਆ। ਉਹਨਾਂ ਪਾਪਾਂ ਤੋਂ ਪਰੇ ਬ੍ਰਹਮ ਪਰਮੇਸ਼ਰ ਦਾ ਸਰੂਪ ਜਾਣ ਕਰਕੇ ਨਮਸਕਾਰ ਡੰਡੌਤ ਬੰਦਨਾ ਅਨਕ ਬਾਰ ਜਾਉ ਬਾਰੈ ਬੰਦਨਾ ਕੀਤੀ ਹੈ। ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ। ਅੱਜ ਵੀ ਜਿੰਨੇ ਸ਼ਹਿਰੀਏ ਨੇ, ਅੰਮ੍ਰਿਤਸਰ ਦੇ ਵਪਾਰੀ ਦੁਕਾਨਦਾਰ ਲੋਕ ਨੇ, ਸਵੇਰੇ ਵੀ ਤੇ ਸ਼ਾਮਾਂ ਨੂੰ ਵੀ ਜਦੋਂ ਵੀ ਉਹਨਾਂ ਦਾ ਸਮਾਂ ਮਿਲਦਾ ਉਹ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੂੰ ਜ਼ਰੂਰ ਨਮਸਕਾਰ ਕਰਨ ਵਾਸਤੇ ਜਾਂਦੇ ਨੇ। ਬਾਹਰੋਂ ਤਾਂ ਬੜਾ ਸੰਗਤਾਂ ਜਾਂਦੀਆਂ ਹੀ ਜਾਂਦੀਆਂ ਨੇ। ਇਸ ਤਰ੍ਹਾਂ ਬੇਅੰਤ ਸੰਗਤਾਂ ਨੇ ਆਪ ਨੂੰ ਨਮਸਕਾਰ ਕੀਤੀ ਹੈ ਜੀ। ਅਟਲ ਅਥਾਹੁ ਅਤੁਲ ਤੂ। ਸਤਿਗੁਰਾਂ ਦੇ ਸਨਮੁਖ ਬੇਨਤੀ ਕਰਕੇ ਉਚਾਰ ਰਹੇ ਨੇ, ਹੇ ਸਤਿਗੁਰੂ ਜੀ ਤੂੰ ਅਚਲ ਸਰੂਪ ਹੈ, ਆਪਣੇ ਆਨੰਦ ਦੇ ਟਲਣ ਤੋਂ ਰਹਿਤ ਹੈ। ਭਾਵ ਇੱਕ ਰਸ ਆਨੰਦ ਸਰੂਪ ਹੈ, ਅਥਾਹ ਸਰੂਪ ਹੈ। ਤੇਰੇ ਗੁਣਾਂ ਦੀ ਥਾਂ ਨਹੀਂ ਆਉਂਦੀ। ਭਾਵ ਤੂੰ ਬੇਅੰਤ ਸਰੂਪ ਹੈ, ਤੋਲਣ ਤੋਂ ਰਹਿਤ ਹੈ। ਤੇਰਾ ਅੰਤ ਨਾ ਪਰਵਾਰਿਆ। ਭਾਵ ਤੂੰ ਬੁੱਧੀ ਰੂਪ ਤੱਕ
ਲੱਕੜੀ ਦੇ ਚਿੱਤ ਰੂਪ ਛਾਬੜੇ 'ਚ ਪਾ ਕੇ ਸ਼ਾਸਤਰ ਪ੍ਰਮਾਣ ਨੂੰ ਵੱਟੇ ਦੇ ਨਾਲ ਤੋਲਿਆ ਨਹੀਂ ਜਾਂਦਾ ਅਤੇ ਤੇਰਾ ਪਾਰ ਔਰ ਵਾਰ ਕਰਕੇ ਵੀ ਕਿਸੇ ਦੇ ਪਾਸੋਂ ਅੰਤ ਨਹੀਂ ਪਾਇਆ ਜਾਂਦਾ। ਅੰਤ ਨਾ ਅੰਤ ਸਦਾ ਬੇਅੰਤ ਕਹੋ ਨਾਨਕ ਊਚੋ ਊਚਾ। ਜਿਨੀ ਤੂੰ ਸੇਵਿਆ ਭਾਉ ਕਰ। ਹੇ ਗੁਰੂ ਜੀ, ਜਿਨ੍ਹਾਂ ਨੇ ਤੈਨੂੰ ਪ੍ਰੇਮ ਕਰਕੇ ਪੂਜਣਾ ਕੀਤਾ ਹੈ ਉਹਨਾਂ ਨੂੰ ਸੇ ਤੁਧ ਪਾਰ ਉਤਾਰਿਆ। ਉਹਨਾਂ ਪੁਰਖਾਂ ਨੂੰ ਤੂੰ ਸੰਸਾਰ ਸਮੁੰਦਰ ਤੋਂ ਪਾਰ ਕਰਕੇ ਮੁਕਤੀ ਰੂਪ ਕਿਨਾਰੇ ਤੇ ਉਤਾਰ ਦਿੱਤਾ ਹੈ। ਲੱਭ ਲੋਭ ਕਾਮ ਕ੍ਰੋਧ ਮੋਹ। ਪਦਾਰਥਾਂ ਦੇ ਖਾਣ ਦਾ ਲੱਭ, ਜੋੜਨ ਦਾ ਲਾਲਚ, ਕਾਮ ਮੰਦ ਵਾਸ਼ਨਾ, ਕ੍ਰੋਧ ਗੁੱਸਾ ਅਤੇ ਸਰੀਰਾਂ ਦਾ ਮੋਹ ਆਦਿਕ ਆਸੁਰੀ ਸੰਪਦਾ ਰੂਪ। ਮਾਰ ਕੱਢੇ ਤੁਧ ਸਭ ਪਰਵਾਰਿਆ। ਸਹਿਤ ਪਰਿਵਾਰ ਨੂੰ ਆਸੁਰੀ ਸੰਪਦਾ ਦੇ ਨੂੰ ਸਹਿਤ ਪਰਿਵਾਰ ਦੇ ਦੇਵੀ ਸੰਪਦਾ ਨਾਲ ਮਾਰ ਮਾਰ ਕੇ ਜਗਿਆਸੂਆਂ ਦੇ ਹਿਰਦੇ ਵਿੱਚੋਂ ਤੂੰ ਬਾਹਰ ਕੱਢ ਦਿੱਤਾ ਹੈ। ਮੋਹ ਮਲ, ਜਿਹੜਾ ਮਲ ਪਹਿਲਵਾਨ ਮੋਹ ਸੀਗਾ ਬੇਵਸ ਕੀਓ, ਵਿਸ਼ੇਸ਼ ਤੌਰ ਤੇ ਇਹਨੂੰ ਤੂੰ ਵਸ ਵਿੱਚ ਕੀਤਾ ਹੋਇਆ ਹੈ। ਕਾਮ ਗਹਿ ਕੇਸ ਪਛਾੜਿਓ। ਕਾਮ ਰੂਪੀ ਪਹਿਲਵਾਨ ਨੂੰ ਫੜ ਕੇ ਜਿਵੇਂ ਕੰਸ ਕੇਸੀ ਜਨ ਪਕੜ ਗਿਰਾਇਆ, ਕ੍ਰਿਸ਼ਨ ਭਗਵਾਨ ਨੇ ਆਪ ਦੇ ਸਕੇ ਮਾਮੇ ਜ਼ਾਲਮ ਪਾਪੀ ਵੈਰੀ ਕੰਸ ਤੇ ਉਹਦੇ ਭਰਾ ਕੇਸੀ ਨੂੰ ਕੇਸਾਂ ਤੋਂ ਤੂੰ ਮਾਰਿਆ, ਭੜਕਾ ਕੇ ਉਹਨਾਂ ਦਾ ਘੋਗਾ ਚਿੱਤ ਕੀਤਾ ਅਤੇ ਚੰਡ ਤੇ ਮੁੰਡ ਨੂੰ ਮਾਰ ਕਸੋਨ ਉਹਨਾਂ ਦੇ ਜਬਾੜੇ ਅੰਦਰ ਪਾ ਸੁੱਟੇ, ਕੰਨਾਂ 'ਚ ਮੋਰੀਆਂ ਕਰ ਦਿੱਤੀਆਂ। ਇੰਨਾ ਬਲ ਸੀਗਾ। ਇਸ ਤਰ੍ਹਾਂ ਕਾਮ ਨੂੰ ਫੜ ਕੇ ਕੇਸਾਂ ਤੋਂ ਤੂੰ ਪਛਾੜ ਦਿੱਤਾ ਹੈ। ਕ੍ਰੋਧ ਖੰਡ ਪ੍ਰਚੰਡ, ਭਗਤੀ ਰੂਪੀ ਪ੍ਰਚੰਡ ਤਿੱਖੇ ਖੰਡੇ ਨੂੰ ਪਕੜ ਕੇ ਕ੍ਰੋਧ ਨੂੰ ਤੂੰ ਟੋਟੇ ਟੋਟੇ ਕਰ ਸੁੱਟਿਆ, ਯਾਨੀ ਗੁੱਸੇ ਦਾ ਨਾਮੋ ਨਿਸ਼ਾਨ ਨਹੀਂ ਆਪ ਦੇ ਵਿੱਚ। ਅਤ ਦੀ ਨਿਮਰਤਾ ਹੈ, ਪ੍ਰੇਮ ਹੈ, ਸ਼ਰਧਾ ਹੈ। ਕ੍ਰੋਧ ਖੰਡ ਪ੍ਰਚੰਡ ਲੋਭ ਅਪਮਾਨ ਸਿਉ ਝਾੜਿਓ। ਲੋਭ ਲਾਲਚ ਨੂੰ ਅਪਮਾਨ ਨਿਰਾਦਰ ਦੇ ਨਾਲ ਝਾੜ ਸੁੱਟਿਆ ਹੈ। ਜਨਮ ਕਾਲ ਕਰ ਜੋੜ ਹੁਕਮ ਜੋ ਹੋਏ ਸੋ ਮੰਨੈ। ਭਵ ਸਾਗਰ ਬੰਧਿਓ ਸਿਖ ਤਾਰੇ ਸੋ ਪ੍ਰਸੰਨ। ਸ੍ਰੀ ਆਤਪਾਦ ਸੱਚੋ ਤਖਤ ਜੋਗ ਭੋਗ ਸੰਜੋਤ ਭਾਲ। ਗੁਰੂ ਰਾਮਦਾਸ ਸਲ ਭਣ ਤੂੰ ਅਟਲ ਰਾਜ ਭਗਦਲ। ਤੂੰ ਆਜੁਗਾਦ ਚੌਂ ਜੁਗੀ। ਸੋ ਇਸ ਤਰ੍ਹਾਂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਵਿੱਚ ਭੱਟਾਂ ਨੇ ਵੀ ਬੇਅੰਤ ਸਵਈਏ ਉਚਾਰੇ ਹਨ। ਤੂੰ ਮਹਾਰਾਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਕੱਢ ਕੇ ਉਹਦੇ ਪਰਿਵਾਰ ਸਮੇਤ ਹੀ ਸਿੱਖਾਂ ਦੇ ਹਿਰਦਿਆਂ ਨੂੰ ਖਾਲੀ ਕਰਕੇ ਤੇ ਸ਼ੁਭ ਗੁਣਾਂ ਨੂੰ ਕਬਜ਼ਾ ਦਿੱਤਾ ਹੈ। ਧੰਨ ਸੋ ਤੇਰਾ ਥਾਨ ਹੈ। ਜੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਰੂਪ ਤੇਰਾ ਅਸਥਾਨ ਹੈ, ਉਹ ਧਨਤਾ ਦੀ ਯੋਗ ਹੈ। ਡਿਠੇ ਸਭੇ ਥਾਵ ਨਹੀਂ ਦੁੱਧ ਜੇਹਿਆ। ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਵਸਦੀ ਸਗਨੀਆਂ ਪਾਰਿ ਅਨੂਪ ਰਾਮਦਾਸ ਪੁਰ। ਹਰਿ ਨਾਨਕ ਕਸਮਲ ਜਾਏ ਨਾਇ ਰਾਮਦਾਸ ਸਰ। ਜਾਂ ਸਤ ਸੰਗਤ ਰੂਪ ਅਸਥਾਨ ਉਹ ਧਨਤਾ ਦੀ ਯੋਗ ਹੈ। ਸੱਚ ਤੇਰਾ ਪੈ ਸਕਾਰਿਆ। ਹਰ ਤੇਰਾ ਭਜਨ ਬੰਦਗੀ ਸਾਧਨਾ ਸ਼ੁਭ ਗੁਣਾਂ ਦਾ ਪਸਾਰਾ ਵੀ ਸੱਚਾ ਹੈ। ਇਸੇ ਪ੍ਰਕਾਰ ਸੱਚ ਤੇਰਾ ਪੈ ਸਕਾਰਿਆ। ਤੇਰੀ ਪੇਸ਼ਗੀ ਕਰਨ ਵਾਲੇ, ਹਜ਼ੂਰੀ ਵਿੱਚ ਰਹਿਣ ਵਾਲੇ, ਤੇਰੇ ਦਰ ਦੀ ਟਹਿਲ ਕਰਨ ਵਾਲੇ ਵੀ ਸੱਚੇ ਨੇ।
ਜਾਂ ਤੇਰੇ ਅੱਗੇ ਹੋ ਕੇ ਤੇਰੀ ਕਾਰ ਕਰਨ ਵਾਲੇ ਵੀ ਸੱਚੇ ਹਨ। ਨਾਨਕ ਤੂੰ ਲਹਣਾ ਤੂੰ ਹੈ। ਇਹ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਸਰੂਪ ਵੀ ਤੂੰ ਆਪ ਹੀ ਹੈ ਅਤੇ ਪਾਵਨ ਸ੍ਰੀ ਲੈਣਾ ਸ੍ਰੀ ਗੁਰੂ ਅੰਗਦ ਸਰੂਪ ਵੀ ਤੂੰ ਆਪ ਹੀ ਹੈ। ਗੁਰ ਅਮਰ ਤੂੰ ਵਿਚਾਰਿਆ ਅਤੇ ਸ੍ਰੀ ਗੁਰੂ ਅਮਰਦਾਸ ਸਰੂਪ ਵੀ ਤੂੰ ਆਪ ਹੀ ਹੈ। ਇਹ ਸਭ ਸੰਗਤਾਂ ਨੇ ਵਿਚਾਰਨਾ ਕੀਤਾ ਹੈ। ਗੁਰ ਡਿਠਾ ਤਾਂ ਮਨ ਸਾਧਾਰਿਆ। ਇਹ ਸਤਿਗੁਰੂ ਜੀ ਜਦੋਂ ਦਾ ਸੰਗਤਾਂ ਨੇ ਤੇਰਾ ਦਰਸ਼ਨ ਡਿਠਾ ਦੇਖਿਆ ਹੈ ਤਦੋਂ ਦਾ ਸਭ ਦਾ ਜੋ ਮਨ ਹਿਰਦਾ ਹੈ ਇਹ ਸੁਧਾਰ ਦਿੱਤਾ ਹੈ। ਸਾਧਾਰਿਆ ਸਹਿਤ ਆਸਰੇ ਦੇ ਹੋਇਆ ਹੈ। ਚਾਰ ਜਾਗੇ ਚਾਹ ਜੁਗੇ। ਆਖਰੀ 8ਵੀਂ ਪੌੜੀ ਦੇ ਵਿੱਚ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਮਹਿਮਾ ਕਥਨ ਕਰਦੇ ਹਨ। ਇਹ ਸਤਿਗੁਰੂ ਜੀ ਚਾਰੇ ਯੁੱਗਾਂ ਵਾਲੇ ਸੰਸਾਰ ਵਿੱਚ ਚਾਰ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਜੀ, ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਗਿਆਨ ਅਵਸਥਾ ਵਿੱਚ ਜਾਗਣ ਵਾਲੇ ਪ੍ਰਗਟ ਹੋਏ ਹਨ, ਜਿਨ੍ਹਾਂ ਨੇ ਸਿੱਖਾਂ ਨੂੰ ਵੀ ਆਪਣੇ ਉਪਦੇਸ਼ ਦੁਆਰਾ ਗਿਆਨ ਅਵਸਥਾ ਵਿੱਚ ਜਗਾਉਣਾ ਕੀਤਾ ਹੈ। ਪੰਚਾਇਣ ਆਪੇ ਹੋਆ। ਅਤੇ ਉਹਨਾਂ ਗੁਰਾਂ ਦਾ ਪੰਜਵਾਂ ਸਰੂਪ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਤੂੰ ਆਪ ਹੀ ਹੋਇਆ ਹੈ। ਜਾਂ ਪੰਜਵਾਂ ਸਰੂਪ ਪਰਮੇਸ਼ਰ ਆਪ ਹੀ ਹੋਇਆ ਹੈ। ਇਸੇ ਪ੍ਰਕਾਰ ਚਾਰ ਜਾਗੇ ਚਾਹ ਜੁਗੇ। ਚਾਰੇ ਯੁੱਗਾਂ ਵਿੱਚ ਚਾਰ ਅਵਤਾਰ ਪ੍ਰਗਟ ਹੋਏ। ਭਾਵ ਸਤਿਯੁਗ ਵਿੱਚ ਬਾਮਣ ਅਵਤਾਰ, ਤ੍ਰੇਤੇ ਵਿੱਚ ਰਾਮ ਅਵਤਾਰ, ਦੁਆਪਰ ਵਿੱਚ ਕ੍ਰਿਸ਼ਨ ਅਵਤਾਰ ਅਤੇ ਕਲਯੁਗ ਵਿੱਚ ਨੇਹ ਕਲੰਗੀ ਅਵਤਾਰ ਹੋਵੇਗਾ। ਤੇ ਕਲਯੁਗ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪੰਜਵਾਂ ਸਰੂਪ ਪੰਚਾਇਣ ਆਪੇ ਹੋਆ। ਪੰਜਵਾਂ ਸਰੂਪ ਸਤਿਗੁਰੂ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਤੂੰ ਆਪ ਹੀ ਹੋਇਆ ਹੈ। ਇਸੇ ਪ੍ਰਕਾਰ ਚਾਰ ਜਾਗੇ ਚਾਹ ਜੁਗੇ। ਚਾਰੇ ਯੁੱਗਾਂ ਵਿੱਚ ਚਾਰੇ ਵੇਦ ਪ੍ਰਗਟ ਹੋਏ। ਭਾਵ ਸਤਿਯੁਗ ਵਿੱਚ ਸਾਮ ਵੇਦ, ਤ੍ਰੇਤੇ ਯੁੱਗ ਵਿੱਚ ਰਿਗ ਵੇਦ, ਦੁਆਪਰ ਯੁੱਗ ਵਿੱਚ ਯਜੁਰ ਵੇਦ ਤੇ ਕਲਯੁਗ ਵਿੱਚ ਅਥਰਵਣ ਵੇਦ ਆਦਿਕ। ਅਤੇ ਪੰਚਾਇਣ ਆਪੇ ਹੋਆ। ਪੰਜਵਾਂ ਸਰੂਪ ਸੰਸਾਰ ਦੇ ਉਧਾਰ ਵਾਸਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਗਟ ਹੋਇਆ ਹੈ। ਇਸੇ ਪ੍ਰਕਾਰ ਚਾਰ ਜਾਗੇ ਚਾਹ ਜੁਗੇ। ਚਾਰੇ ਯੁੱਗਾਂ ਵਿੱਚ ਚਾਰੇ ਵਰਨਾਂ ਦੇ ਰਾਜ ਪ੍ਰਗਟ ਹੋਏ ਹਨ। ਸਤਿਯੁਗ ਵਿੱਚ ਬ੍ਰਾਹਮਣਾਂ ਦਾ ਰਾਜ ਸੀਗਾ ਤੇ ਤ੍ਰੇਤੇ ਵਿੱਚ ਛਤਰੀਆਂ ਦਾ ਰਾਜ ਸੀਗਾ, ਦੁਆਪਰ ਦੇ ਵਿੱਚ ਵੈਸ਼ਾਂ ਦਾ ਰਾਜ ਸੀਗਾ ਤੇ ਕਲਯੁਗ ਵਿੱਚ ਸ਼ੂਦਰਾਂ ਦਾ ਰਾਜ ਹੈ। ਪੰਚਾਇਣ ਆਪੇ ਹੋਆ। ਅਤੇ ਪੰਜਵਾਂ ਖਾਲਸਾ ਰੂਪ ਦੇ ਵਿੱਚ ਆਪ ਹੀ ਪੰਜ ਪਿਆਰਿਆਂ ਰਾਹੀਂ ਪ੍ਰਗਟ ਹੋਇਆ ਹੈ। ਚਾਰ ਜਾਗੇ ਚਾਹ ਜੁਗੇ। ਅਸਲ ਦੇ ਵਿੱਚ ਮੁੱਖ ਅਰਥ ਤਾਂ ਇਹੀ ਹੈ। ਇਹ ਸਤਿਗੁਰੂ ਜੀ ਚਾਰੇ ਯੁੱਗਾਂ ਵਾਲੇ ਸੰਸਾਰ ਵਿੱਚ ਚਾਰ ਸਤਿਗੁਰੂ ਜੀ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ, ਸ੍ਰੀ ਗੁਰੂ ਅਮਰਦਾਸ ਸਾਹਿਬ ਜੀ, ਗੁਰੂ ਰਾਮਦਾਸ ਸਾਹਿਬ ਜੀ ਗਿਆਨ ਅਵਸਥਾ ਵਿੱਚ ਜਾਗਣ ਵਾਲੇ ਪ੍ਰਗਟ ਹੋਏ। ਪੰਚਾਇਣ ਆਪੇ ਹੋਆ। ਜਿਨ੍ਹਾਂ ਨੇ ਸਿੱਖਾਂ ਨੂੰ ਵੀ ਆਪਣੇ ਉਪਦੇਸ਼ ਦੁਆਰਾ ਗਿਆਨ ਅਵਸਥਾ ਵਿੱਚ ਜਗਾਉਣਾ ਕੀਤਾ ਅਤੇ ਉਹਨਾਂ ਗੁਰਾਂ ਦਾ ਪੰਜਵਾਂ ਸਰੂਪ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਤੋਂ ਆਪ ਹੀ ਹੋਇਆ ਹੈ। ਪੰਜਵਾਂ ਸਰੂਪ ਪਰਮੇਸ਼ਰ ਆਪ ਹੀ ਹੋਇਆ ਹੈ। ਆਪੀ ਨ ਆਪ ਸਾਜਿਓ ਨਾ। ਆਪਣੇ ਆਪ ਤੋਂ ਹੀ ਸਾਰੇ ਸੰਸਾਰ ਨੂੰ ਸਿਰਜਣਾ ਕੀਤਾ, ਪੈਦਾ ਕੀਤਾ ਹੈ।
ਆਪੇ ਹੀ ਥੰਮ ਖਲੋਆ ਆਪ ਹੀ ਲੋਕ ਤੋਂ ਲੋਕ ਜ਼ਮੀਨ ਅਸਮਾਨ ਆਦਿਕ ਸਭ ਨੂੰ ਆਸਰਾ ਦੇ ਕੇ ਖਲੋਤਾ ਹੋਇਆ ਹੈ। ਜਾਂ ਇਸੇ ਪ੍ਰਕਾਰ ਆਪੇ ਹੀ ਥੰਮ ਖਲੋਆ ਸਭ ਦਾ ਅਧਿਸ਼ਠਾਨ ਸਰੂਪ ਹੋ ਕੇ ਤੂੰ ਆਪ ਹੀ ਖਲੋਤਾ ਹੋਇਆ ਹੈ। ਆਪ ਹੀ ਚੰਚਲ ਮਨ ਨੂੰ ਨਾਮ ਦਾ ਥੰਬਾ ਦੇ ਕੇ ਆਸਰਾ ਦੇ ਕੇ ਸਥਿਤ ਕੀਤਾ ਹੈ। ਜਿਸ ਤਰ੍ਹਾਂ ਸੁਖਮਨੀ ਸਾਹਿਬ ਦੇ ਵਿੱਚ ਲਿਖਿਆ ਹੈ ਕਿ ਜਿਹੜੀ ਛੱਤ ਹੈ ਇਹ ਥੰਮੇ ਤੋਂ ਬਗੈਰ ਟਿਕਾਓ ਵਿੱਚ ਨਹੀਂ ਆ ਸਕਦੀ। ਇਸੇ ਪ੍ਰਕਾਰ ਜਿਉ ਮੰਦਰ ਕੋ ਥਾਮੈ ਥੰਮਣ, ਮੰਦਰ ਪੱਕੇ ਮਕਾਨ ਨੂੰ ਥੰਮਾ ਦੇ ਕੇ ਤੇ ਟਿਕਾ ਲਈਦਾ ਹੈ, ਛੱਤ ਲਈਦਾ ਹੈ। ਤਿਉਂ ਗੁਰ ਕਾ ਸ਼ਬਦ ਮਨੈ ਅਸਤੰਭਣ, ਤਿਵੇਂ ਜਿਹੜਾ ਗੁਰਾਂ ਨੇ ਸਾਨੂੰ ਗੁਰੂ ਦਾ ਸ਼ਬਦ ਬਖਸ਼ਿਆ, ਵਾਹਿਗੁਰੂ ਨਾਮ ਮੂਲ ਮੰਤਰ ਗੁਰਬਾਣੀ, ਇਹਦੇ ਨਾਲ ਹੀ ਮਨ ਟਿਕਦਾ ਹੈ। ਮਨ ਕਿਸੇ ਦੇ ਆਸਰੇ ਟਿਕਣਾ ਹੁੰਦਾ, ਤੋ ਇਸ ਲਈ ਆਪ ਹੀ ਤੂੰ ਗੁਰਸਿੱਖਾਂ ਦੇ ਚੰਚਲ ਮਨ ਨੂੰ ਨਾਮ ਦਾ ਆਸਰਾ ਦੇ ਕੇ ਟਿਕਾਇਆ ਹੋਇਆ ਹੈ। ਆਪੇ ਹੀ ਥੰਮ ਖਲੋਆ ਆਪੇ ਹੀ ਧਰਤੀ ਨੂੰ ਵੀ ਥੰਮਾ ਦੇ ਕੇ ਤੂੰ ਖਿਲਾਰਿਆ ਹੋਇਆ ਹੈ। ਇਹ ਕੋਈ ਧੌਲਾ ਬਲਦ ਗਾਂ ਦਾ ਜਾਇਆ ਹੋਇਆ ਨਹੀਂ, ਇਹ ਮਹਾਰਾਜ ਦੇ ਨਾਮ ਦਾ ਹੀ ਆਸਰਾ ਹੈ। ਮਹਾਰਾਜ ਹੀ ਖਲੋਤਾ ਸਮਝ ਲੋ ਧਰਤੀ ਨੂੰ ਚੁੱਕ ਕੇ। ਨਾਮ ਕੇ ਤਾਰੇ ਸਗਲੇ ਜੰਤ, ਨਾਮ ਕੇ ਤਾਰੇ ਖੰਡ ਬ੍ਰਹਮੰਡ। ਆਪੇ ਪੱਟੀ ਕਲਮ ਆਪ ਹੀ ਮੱਥਾ ਰੂ ਪੱਟੀ ਹੈ ਤੇ ਆਪ ਹੀ ਹੁਕਮ ਰੂਪ ਕਲਮ ਵਾਲਾ ਹੈ। ਆਪ ਲਿਖਣ ਹਾਰਾ ਹੋਆ ਆਪ ਹੀ ਵਿਧਾਤਾ ਹੋ ਕੇ ਸਭ ਦੇ ਮੱਥੇ ਤੇ ਲੇਖ ਲਿਖਣ ਵਾਲਾ ਹੋ ਰਿਹਾ ਹੈ। ਇਸੇ ਪ੍ਰਕਾਰ ਆਪੇ ਪੱਟੀ ਕਲਮ ਆਪ ਹੀ ਸ਼ਰਧਾ ਰੂਪ ਪੱਟੀ ਹੈ, ਆਪ ਹੀ ਪ੍ਰੇਮ ਰੂਪੀ ਕਲਮ ਹੈ। ਆਪ ਲਿਖਣ ਹਾਰਾ ਹੋਆ ਅਤੇ ਆਪ ਹੀ ਜਗਿਆਸੂਆਂ ਦੇ ਹਿਰਦੇ ਰੂ ਮੱਥੇ ਤੇ ਨਾਮ ਦੀ ਬਖਸ਼ਿਸ਼ ਦੇ ਅਨੁਰੂਪ ਅੱਖਰ ਲਿਖਣ ਵਾਲਾ ਹੋ ਰਿਹਾ ਹੈ। ਇਸੇ ਪ੍ਰਕਾਰ ਆਪੇ ਪੱਟੀ ਕਲਮ ਆਪ ਉੱਪਰ ਲੇਖ ਵੇ ਤੋਂ ਇੱਕੋ ਕਹੀਆ ਨਾਨਕਾ ਦੂਜਾ ਕਾਹੇ ਕੋ। ਆਪੇ ਪੱਟੀ ਕਲਮ ਆਪ ਹੀ ਪੱਟੀ ਭਾਵ ਕਾਗਜ਼ ਰੂਪ ਹੈ ਤੇ ਆਪ ਹੀ ਕਲਮ ਰੂਪ ਹੈ। ਆਪ ਲਿਖਣ ਹਾਰਾ ਹੋਆ ਔਰ ਆਪ ਹੀ ਲਿਖਣ ਵਾਲਾ ਭਾਈ ਗੁਰਦਾਸ ਰੂਪ ਜਾਂ ਭਾਈ ਮਣੀ ਸਿੰਘ ਜੀ ਰੂਪ ਹੋ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਲਿਖਾਈ ਕਰਨੀ ਕੋਈ ਮਾੜੀ ਮੋਟੀ ਗੱਲ ਤਾਂ ਨਹੀਂ ਸੀ। ਇੱਕ ਸ਼ਬਦ ਵੀ ਤੁਸੀਂ ਲਿਖ ਕੇ ਦਿਖਾਓ। ਉਂਝ ਭਾਵੇਂ ਆਪਾਂ BA MA ਪਾਸ ਹੁੰਦੇ ਆ, ਪਰ ਤੁਸੀਂ ਸ਼ਬਦ ਨਹੀਂ ਲਿਖ ਸਕਦੇ। ਆਮ ਬੰਦੇ ਦੀ ਗੱਲ ਤਾਂ ਕੀ ਕਰਨੀ, ਸਾਡੇ ਵਰਗਿਆਂ ਨੂੰ ਵੀ, ਖੁਦ ਮੈਨੂੰ ਵੀ ਜੇ ਤੁਸੀਂ ਕਹੋਗੇ ਕਿ ਮੂਲ ਮੰਤਰ ਲਿਖ ਕੇ ਦਿਖਾ, ਐਟ ਏ ਟਾਈਮ ਹੁਣੇ ਹੀ ਬਿਨਾਂ ਵੇਖਣ ਤੋਂ ਮੈਂ ਲਿਖ ਨਹੀਂ ਸਕਦਾ। ਕਿਉਂਕਿ ਜੋ ਸਿਆਰੀਆਂ ਬਿਆਰੀਆਂ ਔਂਕੜ ਦਲੈਂਕੜ ਗੁਰਬਾਣੀ ਦੇ ਵਿੱਚ ਭਾਈ ਗੁਰਦਾਸ ਸਾਹਿਬ ਨੇ ਲਾਏ ਨੇ, ਇਹ ਪੂਰੀਆਂ ਲਗਾ ਮਾਤਰਾ ਭਜਨ ਕਵਿਤਾ ਦੇ ਹਿਸਾਬ ਨਾਲ, ਕਵਿਤਾ ਦੀ ਚਾਲ ਦੇ ਨਾਲ, ਉਹਨਾਂ ਨੇ ਬੜੇ ਸਿਸਟਮ ਦੇ ਨਾਲ ਅਰਥਾਂ ਦੇ ਹਿਸਾਬ ਨਾਲ ਲਾਏ ਨੇ। ਜਿਵੇਂ ਪਿਛਲੇ ਦਿਨੀ ਅੰਮ੍ਰਿਤ ਤੇ ਰਸ, ਇਹਨਾਂ ਦੋ ਅੱਖਰਾਂ ਦੀ ਵਿਚਾਰ ਕੀਤੀ। ਅੰਮ੍ਰਿਤ ਦੇ ਤੱਤੇ ਨੂੰ ਕਿਤੇ ਸਿਹਾਰੀ ਆਉਂਦੀ ਹੈ, ਕਿਤੇ ਤੱਤੇ ਨੂੰ ਔਂਕੜ ਆਉਂਦਾ ਹੈ, ਕਿਤੇ ਤੱਤਾ ਮੁਕਤਾ ਆਉਂਦਾ ਹੈ। ਖਾਸ ਕਰਕੇ ਮਾਝ ਰਾਗ ਦੇ ਵਿੱਚ 12 ਮਾਹ ਸ਼ੁਰੂ ਹੋਣ ਤੋਂ ਪਹਿਲਾਂ ਅੰਮ੍ਰਿਤ ਉਪਾਵਣਿਆ, ਇਸ ਤਰ੍ਹਾਂ ਬਹੁ ਵਾਰ ਅੰਮ੍ਰਿਤ ਵਰਡ ਆਇਆ। ਤੇ ਸਿਹਾਰੀ ਵਾਲੇ ਅੰਮ੍ਰਿਤ ਦਾ ਵੱਖਰਾ ਅਰਥ ਹੈ, ਔਂਕੜ ਵਾਲੇ ਦਾ ਵੱਖਰਾ। ਤੇ ਹੁਣ ਮੂਲ ਮੰਤਰ ਦੇ ਵਿੱਚ ਆਦਿ ਸੱਚ ਜੁਗਾਦਿ ਸੱਚ, ਔਂਕੜ ਸਿਹਾਰੀਆਂ ਕੌਣ ਯਾਦ ਕਰਦਾ? ਸਾਡਾ ਖਿਆਲ ਹੀ ਨਹੀਂ ਹੁੰਦਾ, ਸਾਨੂੰ ਪਤਾ ਹੀ ਨਹੀਂ ਵੀ ਲੱਗੀਆਂ ਵੀ ਹਨ ਕਿ ਨਹੀਂ। ਮਸ਼ੀਨਰੀ ਵਾਲਿਆਂ ਦੇ ਹੋਰ ਕੰਮ ਸੌਖਾ ਕਰ ਦਿੱਤਾ, ਆਖੀ ਜੀ ਬੋਲੋ ਹੀ ਨਾ। ਸੱਜਣ ਸੱਚਾ ਪਾਤਸ਼ਾਹ, ਸ਼ਾਹ ਕੀ ਹੋਇਆ? ਸੱਸੇ ਦੇ ਪੈਰ 'ਚ ਬਿੰਦੀ ਨਹੀਂ ਹੈ, ਬਿੰਦੀ ਵੀ ਲਾ ਦਿੰਦੇ ਨੇ।
ਤੇ ਹਾਹੇ ਦਾ ਔਂਕੜ ਵੀ ਖਾ ਜਾਂਦੇ ਨੇ। ਨਾ ਔਂਕੜ ਲਾਉਣਾ ਤੇ ਨਾ ਸੱਸੇ ਨੂੰ ਸਹੀ ਬੋਲਣਾ। ਉਚਾਰਨ ਦਾ ਹੈ ਸੱਜਣ ਸੱਚਾ ਪਾਤਸ਼ਾਹ। ਸਿਰ ਸਾਹਾਂ ਦਾ ਸ਼ਾਹ, ਸ਼ਾਹ ਕਹਿ ਕੇ ਲੰਘ ਜਾਂਦੇ ਨੇ। ਸਿਰ ਸਾਹਾਂ ਦਾ ਸਾਹ, ਉੱਥੇ ਵੀ ਔਂਕੜ ਹੈ। ਤੋ ਇਸ ਤਰ੍ਹਾਂ ਜਪਜੀ ਸਾਹਿਬ ਦੇ ਵਿੱਚ ਵੀ ਆਉਂਦਾ ਹੈ ਅਮੁੱਲ ਗੁਣ ਅਮੁੱਲ ਵਪਾਰ, ਅਮੁੱਲ ਵਪਾਰੀ ਅਮੁੱਲ ਭੰਡਾਰ। ਤੇ ਅਮੁੱਲ ਆਵੇ ਅਮੁੱਲ ਲੈ ਜਾਹੇ, ਅਮੁੱਲ ਭਾਏ ਅਮੁੱਲਾ ਸਮਾਹੇ। ਤੋ ਆਪੇ ਬੀਜ ਆਪੇ ਹੀ ਖਾਹੋ, ਉੱਥੇ ਵੀ ਹਾਹੀ ਨੂੰ ਔਂਕੜ ਹੈ। ਤੇ ਆਪੇ ਬੀਜ ਆਪੇ ਹੀ ਖਾ ਕੀ ਹੋਇਆ। ਤੋ ਇਸ ਤਰੀਕੇ ਦੇ ਨਾਲ ਸਾਡਾ ਆਪਦਾ ਹੀ ਸਿਧਾਂਤ ਹੈ। ਆਪਾਂ ਸੋਚਦੇ ਪਤਾ ਨਹੀਂ ਐਵੇਂ ਹੀ ਔਂਕੜ ਅੰਕੜ ਲਾਏ ਹੋਏ ਨੇ। ਸੋ ਇਸ ਤਰ੍ਹਾਂ ਜੋ ਭਾਈ ਮਣੀ ਸਿੰਘ ਜਾਂ ਭਾਈ ਗੁਰਦਾਸ ਸਾਹਿਬ ਜੀ ਨੇ ਗੁਰਬਾਣੀ ਦੇ ਨਿਯਮ ਨੂੰ ਪੂਰੀ ਤਰ੍ਹਾਂ ਨਿਭਾਉਂਦਿਆਂ ਹੋਇਆਂ ਅੱਖਰਾਂ ਨੂੰ ਮੋਤੀਆਂ ਦੀ ਤਰ੍ਹਾਂ ਪਰੋ ਕੇ ਤੇ ਪੂਰੇ ਸਿਸਟਮ ਦੇ ਨਾਲ ਗੁਰਬਾਣੀ ਲਿਖੀ ਹੈ, ਇਹ ਆਮ ਇਨਸਾਨ ਦੀ ਬਾਤ ਨਹੀਂ। ਇਹ ਵਾਹਿਗੁਰੂ ਅਕਾਲ ਪੁਰਖ ਖੁਦ ਆਪ ਹੀ ਭਾਈ ਗੁਰਦਾਸ ਦਾ ਰੂਪ ਜਾਂ ਮਣੀ ਸਿੰਘ ਦਾ ਰੂਪ ਬਣ ਕੇ ਆਏ, ਜਾਂ ਗੁਰੂ ਸਾਹਿਬ ਨੇ ਆਪ ਕਿਰਪਾ ਕਰਕੇ ਸਿਰ ਤੇ ਹੱਥ ਰੱਖਿਆ ਤੇ ਆਪ ਦੇ ਮੁਤਾਬਕ ਗੁਰਬਾਣੀ ਨੂੰ ਲਿਖਾਉਣਾ ਕੀਤਾ। ਜੇ ਕੋਈ ਦੁਨੀਆ ਵਿੱਚ ਮੈਨੂੰ ਕੰਮ ਪੁੱਛੇ ਕਿ ਸਭ ਤੋਂ ਔਖਾ ਕੰਮ ਕਿਹੜਾ ਸੰਸਾਰ ਦੇ ਵਿੱਚ, ਤਾਂ ਮੈਂ ਇਹੀ ਬੇਨਤੀ ਕਰਾਂਗਾ ਕਿ ਗੁਰਬਾਣੀ ਨੂੰ ਲਿਖਣਾ ਤੇ ਗੁਰਬਾਣੀ ਨੂੰ ਪੜ੍ਹਨਾ ਸਭ ਤੋਂ ਔਖਾ ਕੰਮ ਹੈ। ਬਾਕੀ ਹਵਾਈ ਜਹਾਜ਼ ਚਲਾਉਣਾ ਵੀ, ਸਾਈਕਲ ਚਲਾਉਣਾ ਸਗੋਂ ਔਖਾ ਹੈ। ਸਾਈਕਲ ਚਲਾਉਣਾ ਔਖਾ ਜੇ, ਸਕੂਟਰ ਚਲਾਉਣਾ ਔਖਾ, ਹਵਾਈ ਜਹਾਜ਼ ਤਾਂ ਬਹੁਤ ਸੌਖਾ। ਮਤਲਬ ਔਖੇ ਤੋਂ ਔਖੇ ਕੰਮ ਵੀ ਸੌਖੇ ਨੇ। ਸਿੱਖਿਆ ਬੰਦਾ ਸਿੱਖ ਸਕਦਾ ਹੈ, ਪਰ ਗੁਰਬਾਣੀ ਨੂੰ ਲਿਖਣਾ ਤੇ ਸ੍ਰੀ ਸਹਿਜ ਪਾਠ ਦੌਰਾਨ 1430 ਅੰਗ ਪੜ੍ਹਨੇ ਮਨ ਟਿਕਾ ਕੇ, ਇਕੱਲੇ ਬੰਦੇ ਨੇ ਇਕਾਗਰਤਾ ਦੇ ਨਾਲ, ਤੇ ਪੜ੍ਹਨੇ ਵੀ 8-10 ਦਿਨਾਂ 'ਚ। ਸਭ ਤੋਂ ਔਖਾ ਕੰਮ ਹੈ, ਹੋਰ ਕੋਈ ਕੰਮ ਇਹ ਤੋਂ ਔਖਾ ਨਹੀਂ ਹੈ। ਤੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਜਿਨ੍ਹਾਂ ਦੀ ਕਿਰਪਾ ਹੋਈ, ਭਾਈ ਗੁਰਦਾਸ ਸਾਹਿਬ ਜੀ ਤੇ ਭਾਈ ਮਣੀ ਸਿੰਘ ਜੀ, ਇਹ ਰੂਪ ਹੋ ਕੇ ਤੂੰ ਆਪ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਲਿਖਾਈ ਕਰ ਰਿਹਾ ਹੈ ਜੀ। ਅੱਜ ਕੱਲ੍ਹ ਤਾਂ ਕੰਮ ਹੀ ਬੜਾ ਸੌਖਾ। ਉਹ ਪਹਿਲਾਂ ਵੀ ਮਸ਼ੀਨਾਂ ਸੀ, ਠਈਆ ਠੱਪਾ ਠਾ ਠਾ, ਉਹਦੇ 'ਚ ਵੀ ਥੋੜ੍ਹੀ ਜਿਹੀ ਮਿਹਨਤ ਨਾਲ ਅੱਖਰ ਪਾਉਣੇ ਪੈਂਦੇ ਸੀ ਸਿੱਕੇ, ਤੇ ਉਹ ਕਦੀ ਸਿੱਕੇ ਮੁੱਕ ਜਾਣੇ, ਕਦੀ ਟੁੱਟ ਜਾਣੇ, ਕਦੀ ਘਟ ਜਾਣੇ, ਫਿਰ ਉਹਦੀ ਸਦਾਈ ਨਹੀਂ ਸੀ ਹੁੰਦੀ। ਪਹਿਲਾਂ ਪੱਥਰ ਦਾ ਛਾਪਾ, ਉਹ ਤਾਂ ਅਸੀਂ ਵੇਖਿਆ ਨਹੀਂ। ਪੱਥਰ ਤੋਂ ਬਾਅਦ ਸਿੱਕੇ, ਤੇ ਸਿੱਕਿਆਂ ਤੋਂ ਬਾਅਦ ਤੇ ਕੰਪਿਊਟਰ ਆ ਗਏ, ਤੇ ਉਹ ਫਲੋਪੀਆਂ ਦੇ ਨਾਲ, ਸੀਡੀਆਂ ਦੇ ਨਾਲ ਡਾਟੇ ਨੂੰ ਸਾਂਭਣਾ। ਉਸ ਤੋਂ ਬਾਅਦ ਹੁਣ ਹੋਰ ਨਵਾਂ ਜ਼ਮਾਨਾ, ਸਿੱਧੀ ਕਮਾਂਡ ਦੇ ਕੇ ਆਫਸੈਟ ਮਸ਼ੀਨਾਂ, ਠੱਪਾ ਵੀ ਨਹੀਂ ਲਾਉਣਾ ਪੈਂਦਾ, ਸਿਰਫ ਕਮਾਂਡ ਹੀ ਦੇਣੀ ਹੈ। ਤੇ ਝੱਟ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਪੀ ਜਾ ਰਹੇ ਨੇ। ਸਿਰ ਪੱਤਰਿਆਂ ਦੀ ਚੈਕਿੰਗ ਹੁੰਦੀ ਹੈ ਵੀ ਅੱਗੇ ਪਿੱਛੇ ਨਾ ਲੱਗ ਜਾਣ। ਹੁਣ ਦਾ ਕੰਮ ਬਹੁਤ ਹੀ ਸੌਖਾ ਹੋ ਗਿਆ। ਪੁਰਾਣੇ ਸੋ ਜਿਹੜੇ ਮਹਾਤਮਾ ਸੇਵਾ ਕਰ ਗਏ, ਉਹਨਾਂ ਦੀਆਂ ਕਰਨੀਆਂ ਕਮਾਈਆਂ ਨੂੰ ਨਮਸਕਾਰ ਹੈ। ਧੰਨ ਬਾਬਾ ਦੀਪ ਸਿੰਘ ਸਾਹਿਬ ਜੀ, ਜਿਨ੍ਹਾਂ ਨੇ ਆਪ ਦੇ ਹੱਥੀਂ 4 ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਿਖੇ, ਔਰ ਇੱਕ ਅਰਬੀ ਭਾਸ਼ਾ ਵਿੱਚ ਲਿਖ ਕੇ ਅਰਬ ਕੰਟਰੀ ਦੇ ਵਿੱਚ ਭੇਜਿਆ। ਤੇ 4 ਜਿਹੜੇ ਪਾਵਨ ਸਰੂਪ ਉਹ 4 ਤਖਤਾਂ ਦੇ ਵਿਰਾਜਮਾਨ ਹਨ। ਹੱਥੀਂ ਲਿਖਣ ਦੀ ਗੁਰਸਿੱਖ ਸੇਵਾ ਕਰਦੇ, ਗੁੜ ਕੇ ਸਾਹਿਬ ਪੋਥੀਆਂ ਨੂੰ ਹੱਥਾਂ ਨਾਲ ਲਿਖ ਕੇ ਸੰਗਤਾਂ ਦੇ ਵਿੱਚ ਵਰਤਾਉਂਦੇ ਆਪ ਹੀ। हे महाराज आपे पट्टी कलम आप ही तू पट्टी कागज रूप है। श्री गुरु ग्रंथ साहिब का कागज भी तू आप ही है, ते आप ही कलम रूप है। बाबा दीप सो ने कलमां घड़ियां ते कलम पकड़ी भाई मनी सिंह साहब ने या भाई गुरदास साहब ने। आप लिखण हारा होआ, कलम भी तू आप है ते आप ही लिखण वाला भाई गुरदास रूप या भाई मनी सिंह जी रूप हो रहा है।
ਸਾਬਾਇ ਮਤ ਆਵਣ ਜਾਵ ਜਾਵਣੀ। ਸਾਰੀ ਸ੍ਰਿਸ਼ਟੀ ਆਉਣ ਜਾਣ ਭਾਵ ਜੰਮਣ ਮਰਨ ਵਾਲੀ ਹੈ। ਆਪੇ ਹੀ ਨਵਾਂ ਨਿਰੋਆ। ਆਪ ਇੱਕ ਤੂੰ ਹੀ ਹੈ ਪਰਮੇਸ਼ਰ ਗੁਰੂ ਸਰੂਪ ਹੋਇਆ ਹੈ, ਨਵੀਨ ਸਰੂਪ ਤੇ ਸਦਾ ਨਿਰੋਗ ਹੈ, ਤੈਨੂੰ ਕੋਈ ਰੋਗ ਨਹੀਂ ਹੈ। ਭਾਵ ਅਗਿਆਨ ਆਦਿਕ ਰੋਗ ਤੋਂ ਰਹਿਤ ਹੈ। ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ। ਤਖਤ ਬੈਠਾ ਅਰਜਨ ਗੁਰੂ। ਪਰਮੇਸ਼ਰ ਸਰੂਪ ਸ੍ਰੀ ਗੁਰੂ ਅਰਜਨ ਦੇਵ ਜੀ ਗੁਰਤਾ ਗੱਦੀ ਦੇ ਸਿੰਘਾਸਨ ਉੱਤੇ ਬਿਰਾਜਮਾਨ ਹੈ। ਸਤਿਗੁਰ ਕਾ ਖਿਵੈ ਚੰਦੂਆ। ਅਤੇ ਸਤਿਗੁਰਾਂ ਦਾ ਪ੍ਰਤੱਖ ਜਾਂ ਜਸ ਰੂਪ ਚੰਦੂਆ ਸਾਈਵਾਨ ਖਿਵੈ ਚਮਕ ਰਿਹਾ, ਪ੍ਰਕਾਸ਼ਮਾਨ ਹੋ ਰਿਹਾ ਹੈ। ਉਗਵਣ ਹੋ ਤੈ ਥਵਣ ਹੋ। ਸੂਰਜ ਉਗਲ ਅਤੇ ਸੂਰਜ ਡੁੱਬਣ ਤੱਕ ਭਾਵ ਸੂਰਜ ਉਗਣ ਉਦੈ ਹੋਣ ਤੋਂ ਲੈ ਕੇ ਸੂਰਜ ਅਸਤ ਹੋਣ ਤੱਕ ਭਾਵ ਉਦਿਆਂਚਲ ਪਹਾੜ ਤੋਂ ਲੈ ਕੇ ਅਸਤਾਂਚਲ ਤੱਕ। ਚੌਚੱਕੀ ਕੀ ਅਨਲੋਆ। ਚਾਰੇ ਚੱਕਾਂ ਵਿੱਚ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਗਿਆਨ ਦਾ ਪ੍ਰਕਾਸ਼ ਕੀਤਾ ਹੈ। ਇਸੇ ਪ੍ਰਕਾਰ ਉਗਵਣ ਹੋ ਤੈ ਥਵਣ ਹੋ। ਜਿਨ੍ਹਾਂ ਨੇ ਉਦਿਆਂਚਲ ਭਾਵ ਜਨਮ ਤੋਂ ਲੈ ਕੇ ਅਸਥਾਂਚਲ ਭਾਵ ਸਰੀਰ ਛੱਡਣ ਤੱਕ ਪ੍ਰੇਮਾ ਭਗਤੀ ਕੀਤੀ ਹੈ। ਚੌਚੱਕੀ ਕੀ ਅਨਲੋਆ। ਉਹਨਾਂ ਦੇ ਚਾਰੇ ਚੱਕਾਂ ਵਾਲੀ ਅੰਤःਕਰਨ ਵਿੱਚ ਬ੍ਰਹਮ ਗਿਆਨ ਦਾ ਪ੍ਰਕਾਸ਼ ਕੀਤਾ ਹੈ। ਜਿਨੇ ਗੁਰੂ ਨਾ ਸੇਵਿਓ। ਜਿਨ੍ਹਾਂ ਪੁਰਖਾਂ ਨੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੇਵਨ ਨਹੀਂ ਕੀਤਾ ਮਨ ਮੁਖਾ ਪਾਇਆ ਮੋਆ। ਪਿਆ ਮੋਆ ਉਹਨਾਂ ਮਨਮੁਖਾਂ ਨੂੰ ਮਰੀ ਬਿਮਾਰੀ ਪੈ ਜਾਂਦੀ ਹੈ, ਉਹ ਬੋਲ ਹੀ ਨਹੀਂ ਸਕਦੇ, ਗੂੰਗੇ ਹੀ ਹੋ ਜਾਂਦੇ ਨੇ। ਉਹਨਾਂ ਮਨਮੁਖਾਂ ਦੇ ਗਲ ਜੰਮਣਾ ਮਰਨਾ ਪਿਆ ਹੈ। ਕਹਿਣ ਦਾ ਭਾਵ ਇਹ ਹੈ ਕਿ ਜਿਵੇਂ ਭੇਡਾਂ ਜਾਂ ਊਠਾਂ ਨੂੰ ਮਰੀ ਪੈ ਜਾਂਦੀ ਹੈ, ਇਵੇਂ ਢਾਲ ਪੈਣ ਦਾ ਨਾਮ ਮਰੀ ਹੈ। ਭਾਵ ਜਿਸ ਨੂੰ ਮਰੋੜੇ ਲੱਗ ਜਾਣ ਤੇ ਉਛਾਲੀਆਂ ਲੱਗ ਜਾਣ, ਉਲਟੀਆਂ ਲੱਗ ਜਾਣ, ਉਹਨੂੰ ਮਰੀ ਪਈ ਕਹੀਦਾ, ਹੈਜ਼ੇ ਦੀ ਬਿਮਾਰੀ। ਇਉਂ ਮਨਮੁਖਾਂ ਨੂੰ ਵਿਕਾਰਾਂ ਦੇ ਭੋਗਾਂ ਰੂਪ ਦਸਤ ਲੱਗੇ ਹੋਏ ਨੇ ਅਤੇ ਨਿੰਦਿਆ ਰੂਪ ਉਛਾਲੀ ਉਲਟੀ ਲੱਗੀ ਹੋਈ ਹੈ, ਇਹ ਮਰੀ ਪਈ ਹੋਈ ਹੈ। ਦੂਣੀ ਚੌਣੀ ਕਰਾਮਾਤ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਵਿੱਚ ਦੁੱਗਣੀ ਚਾਰ ਗੁਣੀ ਕਰਾਮਾਤ ਹੈ। ਇਸੇ ਪ੍ਰਕਾਰ ਦੂਣੀ ਚੌਣੀ ਕਰਾਮਾਤ। ਦੋ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਸ੍ਰੀ ਗੁਰੂ ਅੰਗਦ ਦੇਵ ਜੀ। ਚੌਗੁਣੀ ਭਾਵ ਗੁਰੂ ਅਮਰਦਾਸ ਸਾਹਿਬ ਜੀ ਤੇ ਸ੍ਰੀ ਗੁਰੂ ਰਾਮਦਾਸ ਸਾਹਿਬ ਵਾਲੀ ਕਰਾਮਾਤ ਹੈ। ਇਸੇ ਪ੍ਰਕਾਰ ਦੂਣੀ ਚੌਣੀ ਕਰਾਮਾਤ। ਗੁਰਾਂ ਦੇ ਵਿੱਚ ਦੂਣੀ ਦਵੈਤ ਨੂੰ ਮੇਟਣ ਵਾਲੀ ਅਤੇ ਚੌਣੀ ਚੌਥੀ ਤੁਰੀਆ ਪਦ ਰੂਪ ਭੂਮਿਕਾ ਦੀ ਪ੍ਰਾਪਤੀ ਕਰਾਉਣ ਵਾਲੀ ਕਰਾਮਾਤ ਹੈ। ਸੱਚੇ ਕਾ ਸੱਚਾ ਢੋਆ। ਸੱਚੇ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਸੱਚਾ ਮਿਲਾਪ ਆਸਰਾ ਹੈ, ਜਾਂ ਸੰਸਾਰ ਦੀ ਕਲਿਆਣ ਕਰਨ ਵਾਲਾ ਗੁਰਾਂ ਕੋਲ ਸੱਚਾ ਨਾਮ ਰੂਪ ਆਸਰਾ ਹੈ। ਚਾਰ ਜਾਗੇ ਚਾਹ ਜੁਗੇ। ਚਾਰੇ ਯੁੱਗਾਂ ਵਾਲੇ ਸੰਸਾਰ ਵਿੱਚ ਚਾਰ ਸਰੂਪ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਰਾਮਦਾਸ ਸਾਹਿਬ ਤੱਕ ਆਪਣੇ ਆਪਣੇ ਚੌਂ ਸਮਿਆਂ ਦੇ ਵਿੱਚ ਪ੍ਰਗਟ ਹੋਏ। ਪੰਜਾਇਣ ਆਪੇ ਹੋਆ। ਅਤੇ ਪੰਜਵਾਂ ਸਰੂਪ ਵੀ ਆਪ ਹੀ ਹੋਇਆ ਹੈ। ਇਸ ਵਾਰ ਵਿੱਚ ਗੁਰਾਂ ਦਾ ਜਸ ਉਚਾਰਨ ਕਰਕੇ ਸੱਤੇ ਤੇ ਬਲਵੰਡ ਦਾ ਕੋੜ ਦੂਰ ਹੋ ਗਿਆ ਸੀ ਅਤੇ ਗੁਰੂ ਸਾਹਿਬ ਜੀ ਨੇ ਦੋਵੇਂ ਭਰਾਵਾਂ ਨੂੰ ਸੰਗਤਾਂ ਵਿੱਚ ਕੀਰਤਨ ਕਰਨ ਦੀ ਇਜਾਜ਼ਤ ਦਿੱਤੀ ਸੀ। ਉਸ ਵੇਲੇ ਦੋਵੇਂ ਭਰਾ ਇਤਨੇ ਖੁਸ਼ ਹੋਏ ਜੋ ਕਿਹਾ ਨਹੀਂ ਜਾ ਸਕਦਾ। ਫਿਰ ਦੋਵੇਂ ਭਰਾਵਾਂ ਨੇ ਸਾਰੀਆਂ ਸੰਗਤਾਂ ਨੂੰ ਇਹ ਜੋ ਵਾਰ ਦੀ ਕਥਾ
ਪਿਛਲੇ ਦਿਨਾਂ ਤੋਂ ਪ੍ਰਾਰੰਭ ਹੈ। ਇਹ ਵਾਰ ਦਾ ਮਹਾਤਮ ਸਰਵਣ ਕਰਾਇਆ ਸੀਗਾ। ਇਸ ਕਰਕੇ ਜੋ ਵੀ ਪੁਰਖ ਸ਼ਰਧਾ ਭਾਵਨਾ ਦੇ ਸਹਿਤ ਇਸ ਵਾਰ ਦਾ ਪਾਠ ਕਰਦਾ ਹੈ, ਉਸ ਦਾ ਕੋढ़ ਰੋਗ ਵੀ ਦੂਰ ਹੋ ਜਾਂਦਾ ਹੈ। ਇਸ ਵਾਰ ਦੀਆਂ 8 ਪੌੜੀਆਂ ਦਾ 8 ਅੰਕ ਲੱਗਿਆ ਹੈ, ਅੱਗੇ ਏਕਾ ਲਾ ਕੇ 1 ਅੰਕ ਲਗਾਇਆ ਹੈ। ਸਾਧ ਸੰਗਤ ਜੀਓ, ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਬੜੇ ਪੰਥ ਪ੍ਰਸਿੱਧ ਕਥਾਵਾਚਕ ਗਿਆਨੀ ਜਸਵੰਤ ਸਿੰਘ ਜੀ ਹਨ। ਉਹਨਾਂ ਨੇ ਆਪ ਦੀ ਇੱਕ ਜੀਵਨ ਦੀ ਵਿਥਿਆ ਸੁਣਾਈ। ਉਹਨਾਂ ਦੇ ਮੈਂ ਮੁੱਖ ਤੋਂ ਕਥਾ ਵਿੱਚ ਸੁਣੀ। ਉਹ ਕਹਿੰਦੇ ਵੀ ਮੈਂ ਕੁਛ ਦਿਨ ਮੰਜੀ ਸਾਹਿਬ ਕਥਾ ਕਰਨੀ ਆਇਆ, ਤੇ ਕਾਫੀ ਦਿਨਾਂ ਬਾਅਦ 15-20 ਦਿਨਾਂ ਜਾਂ ਮਹੀਨੇ ਬਾਅਦ ਜਦੋਂ ਵੀ ਮੈਂ ਉੱਥੇ ਕਥਾ ਕਰਨ ਪਹੁੰਚਿਆ, ਕੁਦਰਤੀ ਸੰਗਤਾਂ ਨੇ ਪੁੱਛਣਾ ਹੀ ਸੀ ਕਿ ਗਿਆਨੀ ਜੀ ਇੰਨੇ ਦਿਨ ਕਿੱਥੇ ਰਹੇ। ਤੇ ਜਦ ਸੰਗਤਾਂ ਨੇ ਪੁੱਛਿਆ ਤੇ ਮੈਂ ਬੇਨਤੀ ਕੀਤੀ ਵੀ ਮੈਨੂੰ ਹਾਰਟ ਦੀ ਪ੍ਰੋਬਲਮ ਹੈ। ਉਸ ਪ੍ਰੋਬਲਮ ਦੇ ਵਧਿਆ ਹੋਇਆ ਮੇਰੇ ਕੋ ਕਥਾ ਦੀ ਡਿਊਟੀ ਤੇ ਨਹੀਂ ਆਇਆ ਗਿਆ। ਕਹਿੰਦੇ ਇੱਕ ਬੀਬੀ ਸੀਗੀ, ਬਜ਼ੁਰਗ ਮਾਤਾ, ਉਹਦੇ ਹੱਥ ਦੇ ਵਿੱਚ ਤੌਲੀਆ ਫੜਿਆ ਰਹਿੰਦਾ ਸੀਗਾ। ਉਹਨੇ ਕਥਾ ਤੋਂ ਬਾਅਦ ਦੁੱਖ ਭੰਜਨੀ ਮੇਰੀ ਹੇਠ ਜਾ ਕੇ ਜਦੋਂ ਸੰਗਤਾਂ ਇਸ਼ਨਾਨ ਕਰਕੇ ਬਾਹਰ ਆਉਂਦੀਆਂ ਨੇ ਤਾਂ ਉਹ ਜਿਹੜਾ ਅੰਮ੍ਰਿਤ ਜਲ ਹੈ ਪਰਿਕਰਮਾ ਦੇ ਵਿੱਚ ਪੱਥਰ ਦੇ ਉੱਪਰ ਡੁੱਲ ਜਾਂਦਾ। ਉਹਨੂੰ ਤੌਲੀਏ ਨਾਲ ਉਹਨੇ ਸਾਫ਼ ਕਰਨਾ, ਸਾਫ਼ ਸਫਾਈ ਦੀ ਸੇਵਾ ਕਰਨੀ ਜਿੰਨਾ ਸਮਾਂ ਮਿਲਣਾ। ਤੇ ਉਹ ਕੁਦਰਤੀ ਉਹਦੇ ਹੱਥ ਦੇ ਵਿੱਚ ਇੱਕ ਉਹ ਬੇਰੀ ਦਾ ਪੱਤਾ ਫੜਿਆ ਸੀਗਾ। ਸੇਵਾ ਕਰਦੀ ਆਈ ਹੋਊਗੀ ਤੇ ਸੇਵਾ ਕਰਦਿਆਂ ਦੁੱਖ ਭੰਜਨੀ ਬੇਰੀ ਤੋਂ ਇੱਕ ਹਰਿਆ ਪੱਤਾ ਥੱਲੇ ਡਿੱਗਿਆ ਉਹਨੂੰ ਮਿਲ ਗਿਆ ਹੋਊਗਾ ਤੇ ਉਹਨੇ ਹੱਥ ਵਿੱਚ ਪਕੜ ਕੇ ਸਾਂਭ ਲਿਆ। ਪਤਾ ਨਹੀਂ ਉਹਦੇ ਮਨ 'ਚ ਕੀ ਆਇਆ। ਕਹਿੰਦੇ ਲੈ ਗਿਆ ਨਹੀਂ ਜੀ, ਆ ਤੂੰ ਪੱਤਾ ਖਾ ਲਾ, ਦੁੱਖ ਭੰਜਨੀ ਬੇਰੀ ਦਾ ਪੱਤਾ ਹੈ ਤੇ ਅੱਜ ਤੋਂ ਬਾਅਦ ਤੈਨੂੰ ਹਾਰਟ ਦੇ ਵਿੱਚ ਦਰਦ ਨਹੀਂ ਹੋਊਗੀ, ਦਿਲ ਦੇ ਰੋਗ ਦੇ ਨਾਲ ਇੰਨੀ ਮੁਸ਼ਕਲ ਨਹੀਂ ਖੜੀ ਹੋਊਗੀ। ਕਹਿੰਦੇ ਮੈਂ ਪੱਤਾ ਖਾ ਲਿਆ। ਉਹ ਗਿਆਨੀ ਜੀ ਨੇ ਆਪ ਜਿਵੇਂ ਦੱਸਿਆ ਮੈਂ ਉਸ ਤਰ੍ਹਾਂ ਬੇਨਤੀ ਕਰ ਰਿਹਾ। ਕਹਿੰਦੀ ਉਹ ਦਿਨ ਜਾਵੇ ਅੱਜ ਦਾ ਏ ਤੇ ਮੈਨੂੰ ਚੇਤਾ ਹੀ ਭੁੱਲ ਗਿਆ ਵੀ ਮੈਨੂੰ ਕੋਈ ਬਿਮਾਰੀ ਹੈ ਜਾਂ ਪ੍ਰੋਬਲਮ ਹੈ। ਇਸ ਤਰ੍ਹਾਂ ਗੁਰੂ ਘਰ ਦੇ ਵਿੱਚ ਬਖਸ਼ਿਸ਼ ਪ੍ਰਦਾਨ ਹੈ। ਇਹ ਨਹੀਂ ਵੀ ਉਦੋਂ ਹੀ, ਇਹ ਜਿਹੜੀ ਵਾਰ ਹੈ ਵੇਖੋ 8 ਪੌੜੀਆਂ ਦੀ ਛੋਟੀ ਜਿਹੀ ਵਾਰ ਹੈ, ਕਿੰਨੇ ਸ਼ਰਧਾ ਤੇ ਪਿਆਰ ਦੇ ਨਾਲ ਉਹਨਾਂ ਗਾਈ ਹੋਗੀ ਕਿ ਉਹਨਾਂ ਦਾ ਕੋढ़ ਦਾ ਰੋਗ ਦੂਰ ਹੋ ਗਿਆ। ਉਹਨਾਂ ਦਿਨਾਂ ਦੇ ਵਿੱਚ ਹੀ ਇਹ ਨਹੀਂ ਵੀ ਉਹ ਬਾਣੀ ਕੋਈ ਹੋਰ ਸੀਗੀ ਹੁਣ ਬਦਲ ਗਈ ਹੈ, ਬਾਣੀ ਤਾਂ ਉਹੀ ਹੈ। ਤੋ ਜੇ ਕੋਈ ਅੱਜ ਵੀ ਸ਼ਰਧਾ ਭਾਵਨਾ ਪਿਆਰ ਨਾਲ ਗੁਰਬਾਣੀ ਨੂੰ ਪੜ੍ਹਦਾ ਹੈ, ਸੁਣਦਾ ਹੈ, ਉਹਦੇ ਤੇ ਅੱਜ ਵੀ ਕਿਰਪਾ ਹੁੰਦੀ ਹੈ। ਕੋੜੀਆਂ ਦੇ ਕੋढ़ ਰੋਗ ਵੀ ਇਹ ਦੂਰ ਕਰਨ ਨੂੰ ਸਮਰੱਥ ਹੈ। ਐਸੀ ਮਹਾਰਾਜ ਦੀ ਬਾਣੀ ਹੈ ਤਾਂ ਸਮੁੱਚੀ ਬਾਣੀ, ਜਿੱਥੋਂ ਮਰਜੀ ਪੜ੍ਹ ਲਓ। ਦੁੱਖ ਕਲੇਸ਼ ਨਾ ਭਉ ਵਿਆਪੈ, ਗੁਰ ਮੰਤਰ ਹਿਰਦੈ ਹੋਏ। ਸਾਰੀ ਗੁਰੂ ਦੀ ਮੰਤਰ ਵਾਲੀ ਬਾਣੀ ਹੈ। ਬਾਣੀ ਮੰਤਰਨ ਮਹਾਪੁਰਖਨ ਕੀ, ਮਨੈ ਉਤਾਰਨ ਮਾਨ ਕੋ। ਸੋ ਮਨ ਦਾ ਮਾਣ ਹੰਕਾਰ ਦੂਰ ਕਰਕੇ ਇੱਕ ਤਾਂ ਨਿਮਰਤਾ ਆਉਂਦੀ ਹੈ ਸਾਹਿਬਾਂ ਦੀ ਉਸਤਤੀ ਕਰਨ ਨਾਲ, ਇੱਕ ਸਰੀਰ ਵੀ ਤੰਦਰੁਸਤ ਰਹਿੰਦਾ ਹੈ। ਸੋ ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, 8 ਪੈਰ ਅਰਾਧੀ ਹੈ ਪੂਰਨ ਸਤਿਗੁਰ ਗਿਆਨ। ਇਹ ਬਾਣੀ 'ਚ ਮਹਾਰਾਜ ਦਾ ਨਾਮ ਹੈ। ਦੁੱਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ। ਇਹ ਮਹਾਰਾਜ ਦੀ ਸੱਚੀ ਬਾਣੀ ਹੈ ਜਿਸ ਨੂੰ ਸੁਣ ਕੇ ਦੁੱਖ ਰੋਗ ਵੀ ਚਲੇ ਜਾਂਦੇ। ਤੇ ਜੋ ਸੰਗ ਭਲੀ ਪ੍ਰਕਾਰ ਮਨ ਨੂੰ ਤਪਾਉਣ ਵਾਲੇ 3 ਤਾਪ ਨੇ, तीने ताप निवारण हर दुख अंता सुख रास, ताको विघ्न को लागे जाकी प्रभा के अरदास। सो ये संताप भी चले जाते हैं। इयों ये रामकली की तीसरी वार सत्ते ते राय बलवंड दी
ਇੱਥੇ ਸੰਪੂਰਨ ਹੋਈ।